ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 19 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਫੁਆਰ ਔਰੰਜ ਵੇਲ, ਗੁਰਮੇਲ ਸਿੰਘ ਲਿੱਦੜ, ਕੁਲਵੰਤ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੌਹਲ LA, ਗੁਰਮੇਲ ਬਾਸੀ ਐਲਗਰੋਵ, ਹਰਨੇਕ ਪਾਬਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਅੱਧੇ ਤੋਂ ਵੱਧ ਕਰਜ਼ਾ ਇਹ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ ਕਰੋ 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ, ਸੰਪਰਕ ਕਰੋ 408-272-5200 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਕਈ ਸਟੇਟਾਂ ਦੇ ਵਿੱਚ ਇਲੈਕਸ਼ਨ ਸੀਗੀਆਂ ਤੇ ਉਸ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਦੀ ਪਾਰਟੀ ਨੂੰ ਕਾਫੀ ਵੱਡਾ ਜਿਹੜਾ ਝਟਕਾ ਆ ਉਹ ਲੱਗਾ ਹੈਗਾ। ਫਲੋਰੀਡਾ ਦੇ ਵਿੱਚ 3 ਸੀਟਾਂ ਦੇ ਉੱਤੇ ਜਿੱਥੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਸਪੋਰਟ ਕਰ ਰਹੇ ਸੀ ਆਪਣੇ ਕੈਂਡੀਡੇਟਸ ਨੂੰ, ਉੱਥੇ ਜਿਹੜੇ ਡੈਮੋਕ੍ਰੇਟਸ ਆ, ਕੱਲੇ ਡੈਮੋਕ੍ਰੇਟਸ ਨਹੀਂ, ਉਹਨਾਂ ਦੇ ਵਿੱਚ ਵੀ ਜਿਹੜੇ ਪ੍ਰੋਗਰੈਸਿਵ ਆ ਉਹ ਜਿੱਤੇ ਹੈਗੇ ਆ। ਸੋ ਇੱਕ ਡੈਮੋਕ੍ਰੇਟਿਕ ਸੋਸ਼ਲਿਸਟ ਜੋ NG ਨਿਕਸਨ ਆ, ਕਾਲੇ ਮੂਲ ਦੀ ਆ, ਸੋ ਉਹ ਉਸਨੇ ਜਿਹੜੀ ਆ ਹੈਰਾਨੀ ਕੀਤੀ ਆ ਬਹੁਤ। ਉਹ ਆਪਣੀ ਸੈਨੇਟ ਦੀ ਸੀਟ ਦੇ ਵਿੱਚ ਅੱਗੇ ਲੱਗੇ, ਹਾਲਾਂਕਿ ਉਹਦੇ ਅਗੇਂਸਟ ਕਹਿੰਦੇ ਵੀ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਲਾਏ ਗਏ ਸੀਗੇ। ਜੋ ਐਸੋਸੀਏਟਡ ਪ੍ਰੈਸ ਨੇ ਜੋ ਰਿਪੋਰਟ ਕੀਤਾ ਹੁਣ ਤੱਕ, ਉਹਨਾਂ ਦੇ ਮੁਤਾਬਕ ਨਿਕਸਨ ਦੇ ਕੋਲ 56.0% ਜੋ ਆ NG ਨਿਕਸਨ ਦੇ ਕੋਲ ਵੋਟਸ ਮਿਲੀਆਂ ਹੈਗੀਆਂ। ਉਹਦਾ ਜਿਹੜਾ ਰਾਈਵਲ ਆ ਐਲੈਕਸ ਬਿਨਮੈਨ, ਉਹ ਸਪੌਟਲਾਈਟ 'ਚ ਆਇਆ ਸੀ ਜਦੋਂ ਉਹਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਅਗੇਂਸਟ ਵੀ ਟੈਸਟੀਫਾਈ ਕੀਤਾ ਸੀਗਾ। ਪਹਿਲੀ ਇੰਪੀਚਮੈਂਟ ਜਦੋਂ 2019 'ਚ ਆਈ ਸੀ, ਉਹਨੂੰ ਜਿਹੜੀਆਂ 44% ਵੋਟਸ ਜਿਹੜੀਆਂ ਮਿਲੀਆਂ ਹੈਗੀਆਂ ਆ। ਸੋ ਨਿਕਸਨ ਦੀ ਵਿਨ ਇੰਨੀ ਜ਼ਿਆਦਾ ਆ ਵੀ ਉਹਦੇ ਅਗੇਂਸਟ ਜਿਹੜਾ ਕੈਂਡੀਡੇਟ ਸੀਗਾ ਐਲੈਕਸ ਬਿਨਮੈਨ, ਉਹਨੇ $16 ਮਿਲੀਅਨ ਰੇਜ਼ ਕੀਤਾ ਸੀਗਾ। ਸੋ ਹੁਣ ਜਿਹੜੀਆਂ ਮਿਡ ਟਰਮ ਨਿਕਸਨ ਜੋ ਆ, ਉਹ ਇਨਕੰਬੈਂਟ ਜੋ ਸੈਨੇਟਰ ਐਸ਼ਲਾ ਮੂਡੀ ਆ ਰਿਪਬਲਿਕਨ ਫਲੋਰੀਡਾ ਦੀ, ਤੇ ਉਹਦੇ ਅਗੇਂਸਟ ਜੋ ਜਾਊਗੀ ਜਦੋਂ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀ ਹੈਗੀ ਆ। ਤੇ ਇਹ ਮਾਰਕੋ ਰੂਬੀਓ ਦੀ ਜਗ੍ਹਾ ਦੇ ਉੱਤੇ ਜਿਹੜੀ ਸੀਟ ਆ, ਉੱਥੇ ਜਿਹੜੀ ਇਲੈਕਸ਼ਨ ਹੋਈ ਸੀਗੀ। ਇਸੇ ਤਰ੍ਹਾਂ ਫਲੋਰੀਡਾ ਦੇ ਵਿੱਚ ਹੋਰ 2 ਸੀਟਾਂ ਦੇ ਉੱਤੇ ਜਿਹੜੀ ਆ ਕਾਫੀ ਝਟਕਾ ਲੱਗਾ ਹੈਗਾ ਟਰੰਪ ਉਹਨਾਂ ਨੂੰ। ਟਰੰਪ ਉਹਨਾਂ ਦੀ ਖੁਦ ਦੀ ਸਟੇਟ ਹੈਗੀ ਆ। ਤੇ ਇਹ ਵਾਇਓਮਿੰਗ ਦੇ ਵਿੱਚ, ਅਲਾਸਕਾ ਦੇ ਵਿੱਚ ਵੀ ਜਿਹੜੀ ਆ, ਉੱਥੇ ਜਿਹੜੀ ਹਜੇ ਮੈਰੀ ਜੋ ਪੈਲਟੋਲਾ ਕਰਕੇ ਆ, ਉਹ ਅੱਗੇ ਜਾ ਰਹੀ ਹੈਗੀ ਜੀ। ਫਲੋਰੀਡਾ ਦੇ ਵਿੱਚ ਟਰੰਪ ਹੁਣਾਂ ਦੇ 2 ਐਂਡੋਰਸਡ ਕੈਂਡੀਡੇਟ ਉਹ ਹਾਰੇ, ਤੇ ਤੀਜਾ ਇੱਕ ਵਾਇਓਮਿੰਗ ਦੇ ਵਿੱਚ ਉਸ ਦੀ ਹਾਰ ਹੋਈ ਆ। ਪਿਛਲੀਆਂ ਜਦੋਂ ਸੂਬਿਆਂ ਦੇ ਵਿੱਚ ਪ੍ਰਾਇਮਰੀਜ਼ ਹੋਈਆਂ ਸੀ ਤਾਂ ਟਰੰਪ ਹੁਣਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ ਸੀਗਾ ਵੀ 100 ਆਊਟ ਆਫ 100 ਨੰਬਰ ਆ, ਵੀ ਸੋ ਫਾਰ ਵੀ ਜਿੰਨਿਆਂ ਨੂੰ ਮੈਂ ਐਂਡੋਰਸ ਕੀਤਾ ਉਹ ਸਾਰੇ ਦੇ ਸਾਰੇ ਆਪਣੀਆਂ ਪ੍ਰਾਇਮਰੀਜ਼ ਆ ਉਹ ਜਿੱਤ ਰਹੇ ਹੈਗੇ ਆ। ਪਰ ਇਸ ਵਾਰ ਥੋੜ੍ਹਾ ਜਿਹਾ ਉਹਨਾਂ ਦੇ ਮਨ ਦੇ ਮੁਤਾਬਕ ਫੈਸਲੇ ਆ ਉਹ ਨਹੀਂ ਆਏ ਹੈਗੇ। ਆਲਦੋ ਜਿਹੜਾ ਉਹਨਾਂ ਨੇ ਹੈਂਡ ਪਿਕ ਕੀਤਾ ਰੌਨ ਡਿਸੈਂਟਿਸ ਨੂੰ ਸਕਸੀਡ ਕਰਨ ਦੇ ਲਈ, ਉਸ ਦੀ ਜਿਹੜੀ ਉਹ ਜਿੱਤ ਹੋਈ ਆ। ਗਵਰਨਟੋਰੀਅਲ ਕੈਂਡੀਡੇਟ ਬਾਇਰਨ ਡੋਨਲਡਸ, ਉਸਨੇ ਇਹ ਸਾਰੀਆਂ ਪ੍ਰਾਇਮਰੀਜ਼ ਹੋਈਆਂ। ਸਪੈਸ਼ਲ ਇਲੈਕਸ਼ਨ ਕਿਤੇ ਕਿਤੇ ਸੀਗੀ ਜਿੱਥੇ ਵੀ ਦੋਨਾਂ ਪਾਰਟੀਆਂ ਦੇ ਕੈਂਡੀਡੇਟ ਸਾਹਮਣੇ ਆ, ਪਰ ਮੋਸਟਲੀ ਜਿੰਨੀਆਂ ਵੀ ਇਹ
ਅੱਜ ਜਿੱਦਾਂ ਦੀ ਆਪਾਂ ਡਿਸਕਸ਼ਨ ਕਰ ਰਹੇ ਹਾਂ ਉਹ ਪ੍ਰਾਇਮਰੀਜ਼ ਦੇ ਵਿੱਚ ਹੀ ਦੇਖਣ ਨੂੰ ਜਿਹੜੀਆਂ ਉਹ ਮਿਲ ਰਹੀਆਂ ਹੈਗੀਆਂ ਆ। ਸੋ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਹੈਗੀਆਂ ਆ। ਡੈਮੋਕ੍ਰੇਟਸ ਦੇ ਵਿੱਚ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਜ਼ਿਕਰ ਕੀਤਾ ਹੀ ਆ ਵੀ ਪ੍ਰੋਗਰੈਸਿਵ ਜਿਹੜਾ ਉਹਨਾਂ ਦਾ ਇੱਕ ਫੈਕਸ਼ਨ ਹੈਗਾ ਆ ਉਹ ਹੌਲੀ ਹੌਲੀ ਆਪਣੀ ਮਜ਼ਬੂਤੀ ਜਿਹੜੀ ਉਹ ਲਗਾਤਾਰ ਦਿਖਾ ਰਿਹਾ ਹੈਗਾ ਆ। ਤੇ ਹੁਣ ਜੇ ਆਪਾਂ ਹਰਜੋਤ ਸਿੰਘ ਜੀ ਰੁਖ ਕਰਦੇ ਹਾਂ ਡਿਸਟ੍ਰਿਕਟ 14 ਜਿਹੜੀ ਕੈਲੀਫੋਰਨੀਆ ਦੀ ਸਪੈਸ਼ਲ ਇਲੈਕਸ਼ਨ ਸੀਗੀ, ਆਇਸ਼ਾ ਵਹਾਬ ਤੇ ਮਲੀਸਾ ਹਰਨਾਂਡez ਦੇ ਦਰਮਿਆਨ ਉਹ ਬਿਲਕੁਲ ਨੈਕ ਟੂ ਨੈਕ ਫਾਈਟ ਜਿਹੜੀ ਉਹ ਚੱਲ ਰਹੀ ਹੈਗੀ ਆ। ਆਇਸ਼ਾ ਵਹਾਬ ਇਸ ਮੌਕੇ ਮਲੀਸਾ ਹਰਨਾਂਡez ਤੋਂ ਤਕਰੀਬਨ 1200 ਵੋਟ ਦੇ ਨਾਲ ਅੱਗੇ ਆ, 1200-1300 ਵੋਟ ਦੇ ਨਾਲ ਅੱਗੇ ਆ। 51% ਵਹਾਬ ਦੇ ਤੇ ਹਰਨਾਂਡez ਨੂੰ 49% ਪਈਆਂ ਆ। 41,000 ਤਕਰੀਬਨ ਵੋਟਾਂ ਅਜੇ ਗਿਣਨੀਆਂ ਬਾਕੀ ਆ। 62% ਵੋਟਾਂ ਹੀ ਜਿਹੜੀਆਂ ਹੁਣ ਤੱਕ ਗਿਣੀਆਂ ਗਈਆਂ ਹੈਗੀਆਂ ਆ। ਇੱਥੇ ਵੀ ਮਲੀਸਾ ਹਰਨਾਂਡez ਦੇ ਹੱਕ ਦੇ ਵਿੱਚ ਏਪੈਕ, HAF ਤੇ ਹੋਰ ਕਈ ਸੰਸਥਾਵਾਂ ਨੇ ਹਾਂਜੀ ਵੀ ਕਾਫੀ ਜ਼ਿਆਦਾ ਸਪੋਰਟ ਕੀਤੀ ਸੀ, ਮਿਲੀਅਨਸ ਆਫ ਡਾਲਰ ਫੰਡ ਰੇਜ਼ ਕੀਤੇ ਸੀਗੇ। ਇਹ ਸਪੈਸ਼ਲ ਇਲੈਕਸ਼ਨ ਆ ਸਿਰਫ ਟਰਮ ਪੂਰੀ ਕਰਨ ਦੇ ਲਈ। ਨਵੰਬਰ ਦੇ ਵਿੱਚ ਇੱਕ ਵਾਰੀ ਫਿਰ ਪੂਰੀ ਇਲੈਕਸ਼ਨ ਹੋਣੀ ਆ ਫੁੱਲ ਟਰਮ ਦੇ ਲਈ ਜਿਹੜੀ ਉਹ ਹੋਊਗੀ। ਸੋ ਇੱਥੇ ਜਿਹੜੇ ਵੀ ਦੋਨੋਂ ਹੀ ਕੈਂਡੀਡੇਟ ਦਾ ਮਤਲਬ ਇਹ ਆ, ਇਹ ਸੇਮ ਹੀ ਕੈਂਡੀਡੇਟ ਸੀ। ਨਵੰਬਰ ਦੇ ਵਿੱਚ ਦੁਬਾਰਾ ਇਲੈਕਸ਼ਨ ਵੀ ਜਿਹੜੀ ਹਰਜੋਤ ਸਿੰਘ ਜੀ ਹੋਣੀ ਆ, ਪਰ ਹੁਣ ਇਹ ਦੇਖਦੇ ਆ ਵੀ ਇਹ ਇਸ ਨਤੀਜੇ ਦਾ ਜਿਹੜਾ ਇਹ ਸਪੈਸ਼ਲ ਇਲੈਕਸ਼ਨ ਦਾ ਕੀ ਫੈਸਲਾ ਜਿਹੜਾ ਉਹ ਆਉਂਦਾ ਹੈਗਾ। ਸੋ ਸੀਟ ਓਪਨ ਹੋ ਗਈ ਸੀ ਜਦੋਂ ਐਰਿਕ ਸਵੈਲਵੈਲ ਦੇ ਉੱਤੇ ਸੈਕਸ਼ੂਅਲ ਅਸੌਲਟ ਦੇ ਜਿਹੜੇ ਐਲੀਗੇਸ਼ਨਸ ਆ ਉਹ ਸਾਹਮਣੇ ਆਏ ਸੀ, ਜਿਨ੍ਹਾਂ ਨੂੰ ਇਹਨੇ ਡਿਨਾਈ ਕੀਤਾ, ਬਟ ਉਹਦੇ ਕਰਕੇ ਇਸ ਨੂੰ ਅਸਤੀਫਾ ਜਿਹੜਾ ਉਹ ਦੇਣਾ ਪੈ ਗਿਆ ਸੀ ਤੇ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਜਿਹੜੀ ਉਹ ਖਾਲੀ ਜਿਹੜੀ ਉਹ ਹੋ ਗਈ ਸੀਗੀ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਅੱਗੇ ਬਣਦਾ ਹੈਗਾ ਆ। ਵਾਇਓਮਿੰਗ ਦੇ ਵਿੱਚ ਐਰਿਕ ਬਾਰਲੋ ਉਹਨਾਂ ਨੇ ਰਿਪਬਲਿਕਨ ਪ੍ਰਾਇਮਰੀ ਵਾਇਓਮਿੰਗ ਦੇ ਗਵਰਨਰ ਦੀ ਰੇਸ ਦੇ ਲਈ ਉਹ ਜਿੱਤੀ ਦੱਸੀ ਜਾਂਦੀ ਹੈਗੀ ਆ। ਸੋ ਮਲਟੀ ਕੈਂਡੀਡੇਟ ਫੀਲਡ ਸੀਗੀ। ਇਹਦੇ ਵਿੱਚ ਹੀ ਸਟੇਟ ਦੀ ਸੁਪਰੀਡੈਂਟੈਂਟ ਮੇਗਨ ਡੀਜਨ ਫੈਲਡਰ ਜਿਹਨੂੰ ਟਰੰਪ ਨੇ ਐਂਡੋਰਸ ਕੀਤਾ ਸੀਗਾ, ਉਸ ਨੂੰ ਇਸਨੇ ਹਰਾਇਆ ਹੈਗਾ। ਬਾਰਲੋ ਕਹਿੰਦੇ ਵੀ ਹੈਵੀ ਫੇਵਰੇਟ ਹੋਊਗਾ ਜਨਰਲ ਇਲੈਕਸ਼ਨ ਦੇ ਵਿੱਚ। ਡੀਪ ਰੈਡ ਸਟੇਟ ਦੇ ਵਿੱਚ ਟਰਮ ਲਿਮਿਟਡ ਗਵਰਨਰ ਮਾਰਕ ਗਾਰਡਨ ਉਸ ਨੂੰ ਸਕਸੀਡ ਕਰਨ ਦੇ ਲਈ। ਡਾਰਲਿਨ ਗ੍ਰੈਹਮ, ਲਿੰਡਸੀ ਗ੍ਰੈਹਮ ਦੀ ਜਿਹੜੀ ਭੈਣ ਆ, ਉਹ ਆਪਣੇ ਰੈਜ਼ੂਮੇ ਨੂੰ ਡਿਫੈਂਡ ਕਰਦੀ ਨਜ਼ਰ ਆਈ ਜਦੋਂ ਸਾਊਥ ਕੈਰੋਲੀਨਾ ਦੇ ਵਿੱਚ ਇਹ ਸੈਨੇਟ ਦੀ ਰੇਸ ਦੇ ਲਈ ਡਿਬੇਟ ਜਿਹੜਾ ਉਹ ਹੋਇਆ ਸੀਗਾ। ਸੋ ਡਿਬੇਟ ਦੇ ਵਿੱਚ ਇਹਨੇ ਇਹ ਕਿਹਾ ਵੀ ਨੈਸ਼ਨਲ ਸਿਕਿਉਰਿਟੀ ਇਜ਼ ਨਾਟ ਮਾਈ ਥਿੰਗ। ਹੁਣ ਇੱਕ ਮੁਲਕ ਦਾ ਜਿਹੜਾ ਸੈਨੇਟਰ ਆ, ਜੇ ਉਹਦੇ ਲਈ ਨੈਸ਼ਨਲ ਸਿਕਿਉਰਿਟੀ ਉਹ ਨਾਟ ਮਾਈ ਥਿੰਗ, ਤੇ ਫਿਰ ਇਲੈਕਸ਼ਨ ਰਨ ਕਿਉਂ ਕਰਨ ਲੱਗੀ ਆ? ਸਿਰਫ ਇਸ ਕੰਮ ਨੂੰ ਵੀ ਬਾਅਦ ਦੇ ਵਿੱਚ ਵੀ ਇਸ ਨੂੰ ਜਿਹੜੀ ਆ ਉਹ ਤਨਖਾਹ ਮਿਲਦੀ ਰਵੇ ਇਸ ਚੀਜ਼ ਦੇ ਲਈ। ਸੋ ਇਹਦੇ ਜਿਹੜਾ ਭਰਾ ਆ ਲਿੰਡਸੀ ਗ੍ਰਾਹਮ, ਚਾਹੇ ਉਹ ਜਿੰਨਾ ਮਰਜ਼ੀ ਕੰਟਰੋਵਰਸ਼ੀਅਲ ਰਿਹਾ ਹੋਵੇ, ਪਰ ਉਹਦਾ ਇੱਕ ਵਕਾਰ ਸੀਗਾ ਐਜ਼ ਏ ਜਿਹੜਾ ਉਹ ਸੈਨੇਟਰ ਇਜ਼ਰਾਈਲ ਦੇ ਮੋਹਰੇ ਉਹ ਪੂਰੇ ਗੋਡੇ ਟੇਕੀ ਬੈਠਾ ਸੀ। ਉਹ ਡਿਫਰੈਂਟ ਜਿਹੜੀ ਉਹਦੀ ਸਟੋਰੀ ਆ, ਪਰ ਬੈਲਟ ਦੇ ਉੱਤੇ ਲਿੰਡਸੀ ਗ੍ਰਾਹਮ ਨੂੰ ਦੀ ਜਗ੍ਹਾ ਪੂਰੀਆਂ ਕਰਨ ਦੇ ਲਈ ਉਸਦੀ ਜਿਹੜੀ ਭੈਣ ਹੈਗੀ ਆ ਡਾਰਲਿਨ ਗ੍ਰੈਹਮ, ਉਹ ਹੁਣ ਅੱਗੇ ਆ, ਜਿਸ ਨੂੰ ਟਰੰਪ ਹੁਣਾਂ ਨੇ ਐਂਡੋਰਸ ਕੀਤਾ ਸੀਗਾ। ਤਾਈਵਾਨ ਦੇ ਬਾਰੇ, ਸਾਊਥ ਚਾਈਨਾ ਸੀ ਦੇ ਬਾਰੇ, ਅਮਰੀਕਨ ਸਿਕਿਉਰਿਟੀ ਇੰਟਰਸਟ ਦੇ ਬਾਰੇ ਜਦ ਕੁਐਸਚਨ ਆਏ ਤਾਂ ਕਹਿੰਦੇ ਵੀ ਮੈਂ ਓਨੈਸਟਲੀ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਵੀ ਆਈ ਐਮ ਨਾਟ ਔਨ ਨੈਸ਼ਨਲ ਸਿਕਿਉਰਿਟੀ। ਨਾ ਹੀ ਮੈਨੂੰ ਕਹਿੰਦੇ ਵੀ ਇਨਫੋਰਮ ਕੀਤਾ ਗਿਆ ਨੈਸ਼ਨਲ ਸਿਕਿਉਰਿਟੀ ਦੇ ਉੱਤੇ, ਪਰ ਮੈਂ ਮਿਲਟਰੀ ਨੂੰ ਸਪੋਰਟ ਕਰਦੀ ਹਾਂ। ਨੈਸ਼ਨਲ ਸਿਕਿਉਰਿਟੀ ਇਜ਼ ਨਾਟ ਮਾਈ ਥਿੰਗ। ਸੋ ਇੰਨਾ ਕੁ ਜਾਣਕਾਰ ਜਿਹੜਾ ਆ ਉਹ ਇੱਕ ਮੁਲਕ ਦਾ ਸੈਨੇਟਰ ਸ਼ਾਇਦ ਹੁਣ ਅਗਲਾ ਬਣ ਸਕਦਾ ਆ, ਜਿਸ ਨੂੰ ਐਡੇ ਅਹਿਮ ਜਿਹੜੇ ਜੀਓ ਪੋਲੀਟੀਕਲ ਇਸ਼ੂਜ਼ ਦੀ ਕੋਈ ਨੌਲੇਜ ਨਹੀਂ ਹੈਗੀ। ਅਗਲੀ ਖਬਰ ਜਿਹੜੀ ਆ ਬਹੁਤ ਇੰਪੋਰਟੈਂਟ ਆ, ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਨਾਲ ਸੰਬੰਧਿਤ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜਾ 50% ਟੈਰਿਫ ਕੈਨੇਡਾ ਤੇ ਲਾਣਾ ਸੀ ਉਹਨੂੰ ਹੁਣ ਥੋੜਾ ਪੋਸਟਪੋਨ ਕਰ ਦਿੱਤਾ ਗਿਆ ਆ ਤੇ ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਡੀਲ ਆ ਦੋਨਾਂ ਮੁਲਕਾਂ ਦੇ ਵਿੱਚ ਬਣ ਜਾਊਗੀ। ਕੱਲ ਜੋ ਐਗਰੀਮੈਂਟ ਸੀਗਾ ਉਹ ਖਤਮ ਹੋਣਾ ਸੀ, ਜੋ $20 ਬਿਲੀਅਨ ਦਾ ਇੰਪੋਰਟ ਹੁੰਦਾ ਉਹਦੇ ਉੱਤੇ, ਤੇ ਕਹਿੰਦੇ ਵੀ ਟਰੰਪ ਹੁਣੀ ਇਹ ਕਹਿੰਦੇ ਆ ਵੀ ਵੀ ਹੈਵ ਕਮ ਟੂ ਅ ਡੀਲ ਵਿਦ ਕੈਨੇਡਾ।
2 ਵਾਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹਨਾਂ ਦੇ ਨਾਲ ਉਹਨਾਂ ਦੀ ਗੱਲਬਾਤ ਵੀ ਹੋਈ ਹੈਗੀ ਆ ਤੇ ਕਹਿੰਦੇ ਵੀ ਇਹਦੇ 'ਚ ਅਸੀਂ ਹੋਰ ਚੀਜ਼ਾਂ ਵੀ ਜਿਹੜੀਆਂ ਐਡ ਕਰਨ ਜਾ ਰਹੇ ਹਾਂ, ਖਾਸ ਕਰਕੇ ਜਿਹੜੀ ਪਾਈਪਲਾਈਨ ਸੀਗੀ ਕੈਨੇਡਾ ਤੋਂ ਜਿਸ ਟਾਈਮ ਪਹਿਲੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਸੀਗੀ, ਇੱਥੇ ਐਕਸਲ ਪਾਈਪਲਾਈਨ ਲੈ ਕੇ ਆਣੀ ਸੀ ਤੇ ਉਹ ਜਦੋਂ ਆਉਂਦਿਆਂ ਨਹੀਂ ਜੋ ਬਾਈਡਨ ਹੋਣੀ ਜੋ ਪ੍ਰੈਜ਼ੀਡੈਂਟ ਸੀ ਉਹਨਾਂ ਨੇ ਬੰਦ ਕਰਤੀ ਸੀ। ਕਹਿੰਦੇ ਉਹਨੂੰ ਅਸੀਂ ਦੁਬਾਰਾ ਕੀ ਫੇਰ ਗਰੇਵ ਦੇ ਵਿੱਚੋਂ ਕੱਢਣ ਜਾ ਰਹੇ ਹੈਗੇ ਆ। ਸੋ ਇਹਦੇ ਨਾਲ ਜੇ ਉਹ ਹੁੰਦਾ ਹੈ ਤੇ ਦੋਨਾਂ ਮੁਲਕਾਂ ਨੂੰ ਜਿਹੜਾ ਕਾਫੀ ਜ਼ਿਆਦਾ ਫਾਇਦਾ ਹੋਊਗਾ ਕੀਸਟੋਨ ਐਕਸਲ ਪਾਈਪਲਾਈਨ। ਸੋ ਕਹਿੰਦੇ ਵੀ ਮੇ ਵੀ ਅਵੋਕਨ ਫਰੋਮ ਦਾ ਗਰੇਵ, ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ। ਇਹ ਟੈਰਿਫ ਦੇ ਸੰਬੰਧ ਦੇ ਵਿੱਚ ਇੱਕ 1930 ਦਾ ਕੋਈ ਰੂਲ ਹੈਗਾ ਆ, ਉਹਨੂੰ ਟਰੰਪ ਐਡਮਿਨਿਸਟ੍ਰੇਸ਼ਨ ਯੂਜ਼ ਕਰਨਾ ਚਾਹੁੰਦਾ ਸੀ ਕਿਉਂਕਿ ਪਿਛਲੇ ਮਹੀਨਿਆਂ ਦੇ ਵਿੱਚ ਸੁਪਰੀਮ ਕੋਰਟ ਨੇ ਤਾਂ ਨਾ ਕਰਤੀ ਸੀ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਟੈਰਿਫ ਆ ਉਹ ਨਹੀਂ ਲਾਇਆ ਜਾ ਸਕਦਾ। ਸੋ ਹੁਣ ਕੁਝ ਦਿਨਾਂ ਦੇ ਲਈ ਐਕਸਟੈਂਡ ਕਰ ਦਿੱਤਾ ਗਿਆ ਆ ਤੇ ਇਹਦੇ ਚ ਆਸ ਆ ਵੀ ਜੋ ਕੈਨੇਡਾ ਆ ਉਹਦੇ ਨਾਲ ਜਿਹੜੀ ਡੀਲ ਆ ਉਹ ਬਿਲਕੁਲ ਸਹੀ ਹੋ ਜਾਊਗੀ। ਸੋ ਡੇਅਰੀ ਪ੍ਰੋਡਕਟਸ ਨੂੰ ਲੈ ਕੇ ਟਰੰਪ ਉਹਨਾਂ ਦਾ ਇਹ ਹੈਗਾ ਆ ਵੀ ਜਿਹੜੇ ਟੈਰਿਫ ਆ ਕੈਨੇਡਾ ਵਾਲੇ ਲਾਉਂਦੇ ਆ ਉਹਨੂੰ ਘਟਾਇਆ ਜਾਵੇ ਕਿਉਂਕਿ ਡੇਅਰੀ, ਅਲਕੋਹਲ ਤੇ ਫਰਨੀਚਰ ਇਹ ਜਿਹੜੇ ਪ੍ਰੋਡਕਟਸ ਅਮਰੀਕਾ ਤੋਂ ਕੈਨੇਡਾ ਨੂੰ ਜਾਣੇ ਹੈਗੇ ਆ। ਸੋ ਡਿਫਰੈਂਸ ਜਿਹੜਾ ਹੈਗਾ ਆ ਟਰੰਪ ਉਹਨਾਂ ਦੇ ਰੀਸੈਂਟ ਟੈਰਿਫ ਤੋਂ ਕਿਉਂਕਿ ਇਹਨਾਂ ਦੇ ਵਿੱਚ ਕੋਈ ਐਗਜ਼ੈਂਪਸ਼ਨ ਨਹੀਂ ਕਿਸੇ ਚੀਜ਼ਾਂ ਦੇ ਉੱਤੇ ਜੋ ਕਹਿੰਦੇ ਵੀ ਯੂਐਸ ਮੈਕਸੀਕੋ ਕੈਨੇਡਾ ਐਗਰੀਮੈਂਟ ਦੇ ਨਾਲ ਕੰਪਲਾਈ ਕਰਦੀਆਂ ਹੈਗੀਆਂ ਜੋ ਚੀਜ਼ਾਂ ਜਿਸ ਟਾਈਮ ਦੇ ਉੱਤੇ ਇਹ ਐਗਰੀਮੈਂਟ ਹੋਇਆ ਸੀ। ਕਾਰਨੀ ਹੁਣਾਂ ਨੇ ਇਹ ਕਿਹਾ ਵੀ ਜਿਹੜੇ ਟੈਰਿਫ ਲਾਏ ਗਏ ਸੀ ਇੱਕ ਤਰ੍ਹਾਂ ਦੇ ਨਾਲ ਇਹ ਡਾਇਰੈਕਟ ਵਾਇਲੇਸ਼ਨ ਹੈਗੀ ਆ ਟ੍ਰੇਡ ਪੈਕਟ ਦੀ ਤੇ ਯੂਐਸ ਚੈਂਬਰ ਆਫ ਕਮਰਸ ਨੇ ਵੀ ਵਾਰਨਿੰਗ ਦਿੱਤੀ ਸੀ ਕਿ ਜੇ ਜ਼ਿਆਦਾ ਟੈਰਿਫ ਲਾਏ ਗਏ ਇਹਦੇ ਨਾਲ ਦੋਨਾਂ ਦੀਆਂ ਇਕਨੋਮੀ ਦੇ ਉੱਤੇ ਅਸਰ ਪਊਗਾ ਤੇ ਜੋ ਯੂਐਸ ਫੈਮਲੀਜ਼ ਦੇ ਉੱਤੇ ਜਿਹੜੀ ਕਾਸਟ ਆ ਉਹ ਉੱਪਰ ਨੂੰ ਜਾਊਗੀ ਤੇ ਜੋ ਕ੍ਰਿਟੀਕਲ ਸਪਲਾਈ ਚੇਨ ਆ ਉਹਦੇ ਉੱਤੇ ਵੀ ਬਹੁਤ ਵੱਡਾ ਅਸਰ ਪਊਗਾ। 13 ਮਿਲੀਅਨ ਅਮਰੀਕਨ ਜੌਬਸ ਦੇ ਉੱਤੇ ਜਿਹੜਾ ਅਸਰ ਪੈ ਸਕਦਾ ਆ ਜੋ ਯੂਐਸ ਕੈਨੇਡਾ ਮੈਕਸੀਕੋ ਐਗਰੀਮੈਂਟ ਆ ਜੇ ਇਹ ਟੁੱਟਦਾ ਹੈਗਾ। ਜੀ ਬਿਲਕੁਲ, ਕੱਲ ਮੁਲਾਕਾਤਾਂ ਦਾ ਦੌਰ ਜਿਹੜਾ ਉਹ ਚੱਲ ਰਿਹਾ ਸੀ। ਟਰੰਪ ਹੋਣਾ ਦੀ ਤੇ ਕਾਰਨੀ ਹੋਣਾ ਦੀ ਵੀ ਆਪਸ ਦੇ ਵਿੱਚ ਫੋਨ ਦੇ ਉੱਤੇ ਗੱਲਬਾਤ ਹੋਈ ਸੀਗੀ ਤੇ ਹੁਣ ਟਰੰਪ ਹੋਣਾ ਨੇ 3 ਦਿਨ ਦੀ ਮੌਲਤ ਇਸ ਦੇ ਵਿੱਚ ਦਿੱਤੀ ਹੈਗੀ ਆ। ਸੋ ਦੋਨਾਂ ਮੁਲਕਾਂ ਨੇ ਅਜੇ ਤੱਕ ਕੋਈ ਡੀਟੇਲ ਤਾਂ ਜਾਰੀ ਨਹੀਂ ਕੀਤੀ, ਪਰ ਹੁਣ ਦੇਖਦੇ ਹਾਂ ਵੀ ਕੀ ਇਸ ਦੇ ਵਿੱਚ ਅੱਗੇ ਬਣਦਾ ਹੈਗਾ ਆ। ਕੈਨੇਡਾ ਦੇ ਵਿੱਚ ਆਪਾਂ ਕੱਲ ਵੀ ਜ਼ਿਕਰ ਕਰ ਰਹੇ ਸੀਗੇ ਵੀ ਕੈਨੇਡਾ ਵਾਲੇ ਲੋਕ ਜਿਹੜੇ ਆ ਉਹ ਨਾਖੁਸ਼ ਹੈਗੇ ਆ ਅਮਰੀਕਾ ਤੋਂ, ਜਿਸ ਤਰੀਕੇ ਦੇ ਨਾਲ ਖਾਸ ਕਰਕੇ ਟਰੰਪ ਹੁਣੀ ਟਰੀਟ ਕਰ ਰਹੇ ਆ ਕੈਨੇਡਾ ਨੂੰ, ਉਸ ਤੋਂ ਬੜੇ ਖੁਸ਼ ਨਜ਼ਰ ਨਹੀਂ ਆ ਰਹੇ। ਆਪਾਂ ਇਹ ਵੀ ਦੇਖਿਆ ਵੀ ਉਹਨਾਂ ਨੇ ਤਾਂ ਅਮਰੀਕਾ ਦੀ ਜਿਹੜੀ ਸ਼ਰਾਬ ਆ ਤੇ ਹੋਰ ਸਮਾਨ ਉਹਨਾਂ ਨੂੰ ਆਪਣੇ ਸਟੋਰਾਂ ਦੇ ਵਿੱਚ ਰੱਖਣਾ ਹੀ ਬੰਦ ਕਰ ਦਿੱਤਾ। ਇਹ ਉਹ ਸਪੈਸ਼ਲ ਜਿਹੜੇ ਉਹ ਇਕੱਠੇ ਹੋ ਕੇ ਸਾਈਨ ਕਰ ਰਹੇ ਸੀਗੇ ਜਿੰਨੇ ਵੀ ਪ੍ਰੀਮੀਅਰ ਆ ਕੈਨੇਡਾ ਦੇ, ਉਹਨਾਂ ਦੇ ਜਿਹੜੇ ਉਹ ਦੁਆਰਾ। ਸੋ ਇਹ ਵੀ ਚੀਜ਼ਾਂ ਜਿਹੜੀਆਂ ਡਿਸਕਰੇਜ ਕਰਦੀਆਂ ਆ ਦੋਨਾਂ ਮੁਲਕਾਂ ਦੇ ਵਿੱਚ, ਖਾਸ ਕਰਕੇ ਅਮਰੀਕਾ ਨੂੰ ਤੇ ਟਰੰਪ ਹੋਣਾ ਨੂੰ, ਜਦੋਂ ਉਹਨਾਂ ਨੂੰ ਇੱਦਾਂ ਦੀਆਂ ਚੀਜ਼ਾਂ ਦੇ ਬਾਰੇ ਪਤਾ ਲੱਗਦਾ। ਆਪਾਂ ਦੇਖਿਆ ਸੀਗਾ ਜਦੋਂ ਇੱਕ ਪੁਲ ਖੋਲਿਆ ਸੀਗਾ ਅਮਰੀਕਾ ਤੇ ਕੈਨੇਡਾ ਦੇ ਦਰਮਿਆਨ, ਅਮਰੀਕਾ ਵਾਲੇ ਸੀਗੇ ਹੀ ਨਹੀਂ, ਉਹ ਇਕੱਲੇ ਵਿਚਾਰੇ ਕੈਨੇਡਾ ਵਾਲਿਆਂ ਨੂੰ ਉਹਦਾ ਉਸ ਪੁਲ ਦਾ, ਨਵੇਂ ਪੁਲ ਦਾ ਜਿਹੜਾ ਟ੍ਰੇਡ ਪੁਲ ਦਾ ਉਦਘਾਟਨ ਜਿਹੜਾ ਉਹ ਕਰਨਾ ਪਿਆ ਸੀਗਾ। ਸੋ ਇਹ ਕਾਫੀ ਜ਼ਿਆਦਾ ਅਹਿਮ ਮੁੱਦਾ ਜਿਹੜਾ ਹਰਜੋਤ ਸਿੰਘ ਜੀ ਬਣਿਆ ਪਿਆ ਆ। USMCA ਕਿਸੇ ਤਣ ਪੱਤਣ ਲੱਗੂਗੀ ਜਾਂ ਨਹੀਂ। ਟਰੰਪ ਹੁਣਾਂ ਨੇ ਪਹਿਲੇ ਕਾਰਜਕਾਲ ਦੇ ਵਿੱਚ ਆਉਂਦੇ ਆ ਕੇ ਜਿਹੜਾ ਪਹਿਲਾਂ ਚੱਲਦਾ ਸੀਗਾ ਨਾਫਟਾ, ਉਸ ਨੂੰ ਰੱਦ ਕੀਤਾ ਸੀ। ਫਿਰ ਉਹਨਾਂ ਨੇ ਨਵਾਂ ਜਿਹੜਾ ਇਹ ਐਗਰੀਮੈਂਟ USMCA ਬਣਾਇਆ। ਹੁਣ ਇਸ ਦੀ ਵੀ ਮਿਆਦ ਪੁੱਗ ਰਹੀ ਆ ਤੇ ਇਸ ਨੂੰ ਰੀਨਿਊ ਜਿਹੜਾ ਉਹ ਕਰਨਾ ਆ। ਪਰ ਟਰੰਪ ਉਹਨਾਂ ਨੇ ਕਿਹਾ ਵੀ ਉਹ ਕੇਅਰ ਨਹੀਂ ਕਰ ਰਹੇ ਇਸ ਨੂੰ ਰੀਨਿਊ ਕਰਨ ਦੇ ਲਈ। ਟਰੰਪ ਹੈਜ਼ ਸੈਡ ਹੀ ਡਜ਼ਨਟ ਕੇਅਰ ਅਬਾਊਟ ਰੀਨਿਊਇੰਗ ਇਟ। ਤੇ ਪਰ ਇਹ ਵੀ ਕਹਿੰਦੇ ਵੀ ਕਲੀਅਰ ਆ ਵੀ ਟਰੰਪ ਹੋਣਾ ਨੇ ਆਪਣਾ ਜਿਹੜਾ ਸਟਾਂਸ ਆ ਉਹ ਇੱਕ ਵਾਰੀ ਨਹੀਂ ਕਈ ਵਾਰੀ ਜਿਹੜਾ ਉਹ ਬਦਲਿਆ। ਕਈ ਵਾਰੀ ਦਿਨ ਦੇ ਵਿੱਚ ਹੀ ਕਈ ਵਾਰੀ ਉਹ ਆਪਣਾ ਸਟਾਂਸ ਆ ਕਈ ਵਾਰ ਬਦਲ ਜਾਂਦੇ ਹੈਗੇ ਆ। ਸੋ ਇਹਦੀ ਜਿਹੜੀ ਅਨਸਰਟਨਟੀ ਇਸ ਚੀਜ਼ ਨੂੰ ਲੈ ਕੇ ਖਾਸੀ ਬਣੀ ਪਈ ਹੈਗੀ ਜੀ। ਅਗਲੀ ਖਬਰ ਜਿਹੜੀ ਹੈ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈ। ਕਹਿੰਦੇ ਵੀ ਯੂਐਸ ਚੁੱਪਚਾਪ ਮੈਕਸੀਕਨ ਮਾਈਗ੍ਰੈਂਟਸ ਨੂੰ ਗੁਆਟੇਮਾਲਾ ਤੇ ਹੌਂਡੂਰਸ ਨੂੰ ਡਿਪੋਰਟ ਕਰ ਰਿਹਾ ਹੈਗਾ, ਜਿਹਦੇ ਨਾਲ ਮੈਕਸੀਕੋ ਦੀ ਸਰਕਾਰ ਹੁਣ ਕਾਫੀ ਅਪਸੈਟ ਹੈਗੀ ਆ।
ਯੂਐਸ ਇਮੀਗ੍ਰੇਸ਼ਨ ਅਥਾਰਟੀਜ਼ ਕਹਿੰਦੇ ਵੀ ਡਿਪੋਰਟੀਜ਼ ਨੂੰ ਮੈਕਸੀਕੋ ਨੂੰ ਮੈਕਸੀਕੋ ਦੇ ਜਿਹੜੇ ਰਹਿਣ ਵਾਲੇ ਆ ਉਹ ਗਵਾਟਾਮਾਲਾ ਤੇ ਹਾਂਡਰਾਸ ਨੂੰ ਭੇਜ ਰਿਹਾ ਆ ਤੇ ਮੈਕਸੀਕਨ ਟੈਰੀਟਰੀ ਦੇ ਅਰਾਊਂਡ ਫਲਾਈ ਕਰਕੇ ਤੇ ਇਹ ਕਾਰਨ ਕੀ ਆ ਇਹ ਪਤਾ ਨਹੀਂ ਲੱਗ ਰਿਹਾ ਹੈਗਾ। ਕਹਿੰਦੇ ਵੀ ਵਨ ਆਫ ਦਾ ਆਬਜੈਕਟਿਵ ਜਿਹੜਾ ਇਹ ਡਿਪੋਰਟੇਸ਼ਨ ਦਾ ਇਹ ਆ ਜੋ ਯੂਐਸ ਗਵਰਨਮੈਂਟ ਨੇ ਪਹਿਲਾਂ ਅਨਾਉਂਸ ਨਹੀਂ ਕੀਤਾ ਸੀ ਤਾਂ ਕਿ ਜਿਹੜੀ ਇਲੀਗਲ ਮਾਈਗ੍ਰੇਸ਼ਨ ਆ ਮੈਕਸੀਕੋ ਤੋਂ ਹੋ ਰਹੀ ਆ ਉਹ ਉੱਥੇ ਦੇ ਲੋਕਾਂ ਨੂੰ ਪਤਾ ਲੱਗੇ ਵੀ ਜੇ ਅਸੀਂ ਇੱਥੇ ਗਏ ਇਲੀਗਲੀ ਤੇ ਸਾਨੂੰ ਮੈਕਸੀਕੋ ਨਹੀਂ ਸਾਨੂੰ ਤਾਂ ਇਹਨਾਂ ਨੇ ਹੌਂਡਰਾਸ ਤੇ ਗਵਾਟਾਮਾਲਾ ਦੇ ਵਿੱਚ ਵਾਪਸ ਭੇਜ ਦੇਣਾ ਹੈਗਾ ਆ। ਸੋ ਜਿਹੜੇ ਡਿਪੋਰਟੇਸ਼ਨਸ ਆ ਇਹ ਮਹੀਨਿਆਂ ਤੋਂ ਕਹਿੰਦੇ ਚੱਲ ਰਹੀ ਆ ਤੇ ਹੰਡਰਡਸ ਆਫ ਮੈਕਸੀਕਨ ਸਿਟੀਜ਼ਨਸ ਜੋ ਆ ਉਹ ਹੌਂਡਰਾਸ ਤੇ ਗਵਾਟਾਮਾਲਾ ਦੇ ਵਿੱਚ ਆਲਰੇਡੀ ਭੇਜੇ ਜਾ ਚੁੱਕੇ ਆ। ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਇੱਕ ਆਫੀਸ਼ੀਅਲ ਨੇ ਦੱਸਿਆ ਹੈਗਾ। ਪ੍ਰੀਸਾਈਜ਼ ਨੰਬਰ ਨਹੀਂ ਦੱਸਿਆ ਪਰ ਇਹਦੇ ਵਿੱਚ ਮੈਕਸੀਕੋ ਦੇ ਜਿਹੜੇ ਫੋਰਨ ਮਿਨਿਸਟਰੀ ਆ ਉਹਨਾਂ ਨੇ ਇਹਦੀ ਆਪੋਜੀਸ਼ਨ ਕੀਤੀ ਆ ਵੀ ਤੁਸੀਂ ਮੈਕਸੀਕੋ ਦੇ ਜਿਹੜੇ ਮੈਕਸੀਕਨ ਸਿਟੀਜ਼ਨਸ ਆ ਉਹਨਾਂ ਨੂੰ ਦੂਜੇ ਮੁਲਕਾਂ 'ਚ ਕਿਉਂ ਜਿਹੜੇ ਭੇਜ ਰਹੇ ਆ ਤੁਸੀਂ ਮੈਕਸੀਕੋ ਨੂੰ ਕਿਉਂ ਨਹੀਂ ਵਾਪਸ ਕਰ ਰਹੇ ਹੈਗੇ। ਜਦ ਕਿ ਮੈਕਸੀਕੋ ਦੀ ਜਿਹੜੀ ਗਵਰਨਮੈਂਟ ਆ ਉਹ ਸਾਰੇ ਹੀ ਜਿਹੜੇ ਲੋਕਾਂ ਨੂੰ ਡਿਪੋਰਟ ਕਰ ਰਹੇ ਆ ਜਿਹੜੇ ਉਹਨਾਂ ਦੇ ਨੈਸ਼ਨਲ ਆ ਉਹਨਾਂ ਨੂੰ ਉਹ ਐਕਸੈਪਟ ਵੀ ਕਰ ਰਹੀ ਹੈਗੀ ਆ। ਜਾਂ ਤਾਂ ਕਹਿੰਦੇ ਵੀ ਅਸੀਂ ਉਹਨਾਂ ਨੂੰ ਰਿਜੈਕਟ ਕਰਦੇ ਹੋਈਏ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਪੋਕਸਪਰਸਨ ਨੇ ਇਹ ਕਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਹਰ ਇੱਕ ਜਿਹੜਾ ਲੀਗਲ ਆਪਸ਼ਨ ਆ ਉਹ ਯੂਜ਼ ਕਰ ਰਿਹਾ ਆ ਤਾਂ ਕਿ ਜੋ ਲਾਰਜੈਸਟ ਡਿਪੋਰਟੇਸ਼ਨ ਆਪਰੇਸ਼ਨ ਜੋ ਅਮਰੀਕਾ ਦੀ ਹਿਸਟਰੀ ਦੇ ਵਿੱਚ ਆ ਉਸ ਨੂੰ ਪੂਰਾ ਕਾਮਯਾਬ ਕੀਤਾ ਜਾ ਸਕੇ। ਰਿਪਬਲਿਕਨ ਤੇ ਡੈਮੋਕ੍ਰੇਟ ਐਡਮਿਨਿਸਟ੍ਰੇਸ਼ਨ ਯੂਐਸਏ ਦੇ ਵਿੱਚ ਜਦੋਂ ਦੋਨੇ ਰਹੇ ਆ ਇਹਨਾਂ ਨੇ ਮੈਕਸੀਕਨ ਇਮੀਗ੍ਰੈਂਟਸ ਜਦੋਂ ਵੀ ਬਾਰਡਰ ਤੇ ਫੜ ਹੁੰਦੇ ਸੀ ਮੈਕਸੀਕੋ ਨੂੰ ਹੀ ਭੇਜਦੇ ਸੀਗੇ ਤਾਂ ਕਿ ਡਿਸਕਰੇਜ ਕੀਤਾ ਜਾ ਸਕੇ ਪਰ ਉਹ ਹੋਇਆ ਨਹੀਂ। ਹੁਣ ਉਹਨਾਂ ਨੂੰ ਇਹ ਮੁਲਕਾਂ ਦੇ ਵਿੱਚ ਜਿਹੜਾ ਆ ਭੇਜਿਆ ਜਾ ਰਿਹਾ ਹੈਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਗੱਲ ਕਰਦੇ ਜਾਈਏ। ਲਾਨ ਟੈਨਿਸ ਦਾ ਇੱਕ ਮਸ਼ਹੂਰ ਪਲੇਅਰ ਨਿਕ ਕਾਇਰਗਸ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਆ ਟੈਨਿਸ ਦੇ ਵਿੱਚੋਂ। ਇਹ ਕੋਕੇਨ ਦੇ ਲਈ ਪੋਜ਼ੀਟਿਵ ਪਾਇਆ ਗਿਆ ਸੀਗਾ। ਆਸਟ੍ਰੇਲੀਅਨ ਇਹ ਪਲੇਅਰ ਆ ਸੋਸ਼ਲ ਮੀਡੀਆ ਦੇ ਉੱਤੇ ਹੁਣ ਇਹ ਲਿਖ ਰਿਹਾ ਆ ਕਹਿੰਦਾ ਵੀ ਮੈਂ ਬਹੁਤ ਵੱਡੀ ਮਿਸਟੇਕ ਗਲਤੀ ਜਿਹੜੀ ਇਹ ਕੀਤੀ ਆ ਤੇ ਸਾਰੀ ਚੀਜ਼ ਦੇ ਲਈ ਮੈਂ ਜ਼ਿੰਮੇਵਾਰੀ ਵੀ ਲੈਣਾ ਹੈਗਾ ਆ। ਕਹਿੰਦੇ ਵੀ ਇਹ ਕਰੀਅਰ ਦੇ ਅਖੀਰਲੇ ਪੜਾਅ ਦੇ ਉੱਤੇ ਹੈਗਾ ਆ ਤੇ ਹੁਣ ਇੱਕ ਹਿਸਾਬ ਦੇ ਨਾਲ ਕਰੀਅਰ ਖਤਮ ਹੀ ਸਮਝਿਆ ਜਿਹੜਾ ਉਹ ਮੰਨਿਆ ਜਾ ਰਿਹਾ ਹੈਗਾ ਆ। ਆਸਟ੍ਰੇਲੀਅਨ ਟੈਨਿਸ ਪਲੇਅਰ ਨਿਕ ਕਾਇਰਗਸ ਦਾ ਕਹਿੰਦੇ ਵੀ ਇਸ ਨੂੰ ਪ੍ਰੋਵੀਜ਼ਨਲੀ ਸਸਪੈਂਡ ਕੀਤਾ ਗਿਆ ਸੀਗਾ ਸਪੋਰਟਸ ਦੀ ਇਹਨਾਂ ਦੀ ਐਥਿਕਸ ਬਾਡੀ ਦੇ ਦੁਆਰਾ। ਤੇ ਕਹਿੰਦੇ ਵੀ ਇਹਦਾ ਫੀਲਡ ਡਰੱਗ ਟੈਸਟ ਆਇਆ ਸੀ ਮੈਲੋਰਕਾ ਦੇ ਵਿੱਚ ਜਦ 31 ਸਾਲਾ ਇਸ ਪਲੇਅਰ ਨੇ ਜਿਹੜਾ ਹੁਣ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਆ। ਕੈਨਬੇਰਾ ਦੇ ਇਲਾਕੇ ਦੇ ਵਿੱਚ ਆਸਟ੍ਰੇਲੀਆ 'ਚ ਜੰਮਿਆ ਜਿਹੜਾ ਉਹ ਪਲੇਅਰ ਆ ਇਹਦੀ ਰੈਪੂਟੇਸ਼ਨ ਬਣੀ ਸੀ ਇਹਦੀ ਬੜੀ ਪਰਸਨੈਲਿਟੀ ਬੜੀ ਕਹਿ ਲਓ ਵੀ ਆਊਟਗੋਇੰਗ ਤੇ ਕਾਫੀ ਰੌਲਾ ਰੱਪਾ ਪਾਉਣ ਵਾਲਾ ਖੁਸ਼ ਮਿਜ਼ਾਜ ਇਹ ਪਲੇਅਰ ਜਿਹੜਾ ਉਹ ਰਿਹਾ ਸੀ। ਹਾਈਐਸਟ ਕਰੀਅਰ ਰੈਂਕਿੰਗ ਇਹਦੀ 13 ਤੱਕ ਜਿਹੜੀ ਉਹ ਪਹੁੰਚੀ ਸੀ। ਆਸਟ੍ਰੇਲੀਅਨ ਓਪਨ ਜਿਹੜਾ ਗ੍ਰੈਂਡ ਸਲੈਮ ਹੁੰਦਾ ਆ ਉਹਦਾ ਸਿੰਗਲਸ ਤੇ ਡਬਲ ਜਿਹੜੇ ਟਾਈਟਲ ਆ ਉਸਨੇ ਜਿੱਤੇ ਜਿਹੜੇ ਉਹ ਹੈਗੇ ਆ। ਸੋ ਪਰ ਕਹਿੰਦੇ ਵੀ ਟਰਬਲ ਦੇ ਵਿੱਚ ਉਦੋਂ ਤੋਂ ਹੀ ਜਿਹੜਾ ਉਹ ਆਇਆ। ਇੱਕ ਵਾਰੀ ਇਹਨੇ ਆਪਣੀ ਜਿਹੜੀ ਗਰਲਫ੍ਰੈਂਡ ਆ ਉਸ ਨੂੰ ਆਸਟ੍ਰੇਲੀਆ ਦੇ ਵਿੱਚ ਅਸੌਲਟ ਕਰਨ ਦੇ ਮਾਮਲੇ ਦੇ ਵਿੱਚ ਵੀ ਗਿਲਟੀ ਪਲੀ ਕੀਤਾ ਸੀ। ਇੰਜਰੀਜ਼ ਦੇ ਨਾਲ ਵੀ ਸਟਰਗਲ ਕਰਦਾ ਰਿਹਾ। ਡਿਪਰੈਸ਼ਨ ਦਾ ਵੀ ਜਿਹੜਾ ਉਹ ਸ਼ਿਕਾਰ ਰਿਹਾ। ਡਰੱਗ ਤੇ ਅਲਕੋਹਲ ਦੇ ਮਾਮਲੇ ਵੀ ਇਸ ਦੇ ਨਾਲ ਜਿਹੜੇ ਉਹ ਜੁੜੇ ਰਹੇ ਹੈਗੇ ਆ। ਸੋ ਕਹਿੰਦੇ ਵੀ ਉਹਨੇ ਆਪਣੀ ਜਿਹੜੀ ਮੈਂਟਲ ਹੈਲਥ ਦੇ ਬਾਬਤ ਗੱਲਬਾਤ ਕਰਦੇ ਹੋਏ ਲਿਖਿਆ ਸੀਗਾ ਵੀ ਕਹਿੰਦੇ ਵੀ ਉਹਨੇ ਇਹ ਲਿਖਿਆ ਸੀਗਾ ਵੀ ਕਹਿੰਦਾ ਵੀ ਮੇਰੀ ਬਾਡੀ ਜਿਹੜੀ ਆ ਜੋ ਮੇਰਾ ਮਾਈਂਡ ਐਕਸਪੈਕਟ ਕਰ ਰਿਹਾ ਆ ਉਸ ਨੂੰ ਹੈਂਡਲ ਨਹੀਂ ਕਰ ਪਾ ਰਹੀ ਸੀ। ਤੇ ਕਹਿੰਦੇ ਵੀ ਹੁਣ ਇਹਨਾਂ ਟਰਮਸ ਦੇ ਨਜ਼ਦੀਕ ਜਿਹੜਾ ਉਹ ਮੈਂ ਪਹੁੰਚ ਰਿਹਾ ਆ ਕਰੀਅਰ ਮੇਰਾ ਖਤਮ ਆ ਤੇ ਕਹਿੰਦੇ ਵੀ ਇਹ ਉਹ ਤੋਂ ਵੀ ਜ਼ਿਆਦਾ ਔਖਾ ਕੰਮ ਮੈਨੂੰ ਪਹਿਲਾਂ ਨਾਲੋਂ ਵੀ ਜਿਹੜਾ ਉਹ ਲੱਗ ਰਿਹਾ ਹੈਗਾ ਆ। ਪਰ ਇਸ ਨੇ ਮੰਨਿਆ ਵੀ ਇੱਕੋ ਗਲਤੀ ਹੋਈ ਆ ਤੇ ਆਪਣੀ ਜ਼ਿੰਮੇਵਾਰੀ ਜਿਹੜਾ ਇਸ ਦੇ ਪ੍ਰਤੀ ਲੈ ਰਿਹਾ ਹੈਗਾ ਆ। ਸੋ ਬਹੁਤ ਵਾਰੀ ਆਪਾਂ ਹਰਜੋਤ ਸਿੰਘ ਜੀ ਦੇਖਦੇ ਹਾਂ ਵੀ ਜਿਹੜੇ ਟੌਪ ਦੇ ਪਲੇਅਰਾਂ ਨੂੰ ਆਪਾਂ ਫੋਲੋ ਵੀ ਕਰਦੇ ਹਾਂ ਸਾਰੇ ਜਾਣੇ ਦੇਖਦੇ ਵੀ ਆ ਪਰ ਉਹਨਾਂ ਦੀ ਵੀ ਮੈਂਟਲ ਸਟਰਗਲ ਜਿਹੜੀ ਆ ਪੈਰਲਲੀ ਅੰਦਰ ਖਾਤੇ ਜਿਹੜੀ ਉਹ ਚੱਲ ਰਹੀ ਹੁੰਦੀ ਆ। ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਹੋਰ ਇਮੀਗ੍ਰੇਸ਼ਨ ਦੇ ਨਾਲ ਤਾਂ ਬਾਕੀ ਜੋ ਕੁਝ ਵਾਪਰਿਆ ਦੁਨੀਆ ਦੇ ਵਿੱਚ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਖਬਰਾਂ।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राही एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ आउट ऑफ कोर्ट सेटलमेंट्स लेके देणगे। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4087225200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राही एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਬ੍ਰੇਕ ਤੋਂ ਬਾਅਦ ਸਭ ਨੂੰ ਫੇਰ ਜੀ ਆਇਆਂ ਨੂੰ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਹਾਰਵਰਡ ਯੂਨੀਵਰਸਿਟੀ ਮੰਨ ਗਈ ਆ $53 ਮਿਲੀਅਨ ਦੀ ਸੈਟਲਮੈਂਟ ਕਰਨ ਦੇ ਲਈ। ਇਹ ਇਹਨਾਂ ਨੇ ਤਾਂ ਮੰਨੀ ਆ ਕਿਉਂਕਿ ਇਹਨਾਂ ਦੀ ਮੌਰਗ, ਜਿੱਥੇ ਲਾਸ਼ਾਂ ਸਟੋਰ ਕਰਕੇ ਰੱਖੀਆਂ ਜਾਂਦੀਆਂ ਆ, ਉੱਥੇ ਲਾਸ਼ਾਂ ਦੇ ਬੋਡੀ ਪਾਰਟ ਚੋਰੀ ਹੋ ਗਏ। ਇਹ ਡੀਲ ਜਿਹੜੀ ਹੁਣ ਹੋਈ ਆ, ਕਹਿੰਦੇ ਵੀ ਲਾਸੂਟ ਇਹ ਜਿਹੜੇ ਪੀੜਤ ਪਰਿਵਾਰ ਆ ਜਿਨ੍ਹਾਂ ਦੀਆਂ ਲਾਸ਼ਾਂ ਉੱਥੇ ਰੱਖੀਆਂ ਹੋਈਆਂ ਸੀ, ਇਨਫੈਕਟ ਡੋਨੇਟ ਕੀਤੀਆਂ ਹੋਈਆਂ ਸੀ ਰੀਸਰਚ ਦੇ ਲਈ। ਉਹ ਰੀਸਰਚ ਦੇ ਵਿੱਚ ਡੋਨੇਟ ਕਾਹਦੀਆਂ ਉਹਨਾਂ ਨੇ ਵਿਚਾਰਿਆਂ ਨੇ ਕੀਤੀਆਂ, ਉਹਨਾਂ ਦੇ ਅਖੀਰਲੇ ਜਿਹੜੇ ਕਹਿ ਲਓ ਵੀ ਉਹਨਾਂ ਦੀਆਂ ਦੇਹਾਂ, ਉੱਥੋਂ ਉਹਨਾਂ ਦਾ ਸਮਾਨ ਹੀ ਚੋਰੀ ਹੋ ਗਿਆ। ਉਹਨਾਂ ਦੇ ਔਰਗਨਸ ਹੀ, ਬੋਡੀ ਪਾਰਟਸ ਹੀ ਕਹਿੰਦੇ ਵੀ ਚੋਰੀ ਕਰਕੇ ਲੈ ਗਏ। ਕਹਿੰਦੇ ਵੀ ਇਹ ਮੰਨਿਆ ਗਿਆ ਆ ਵੀ ਸਾਬਕਾ ਮੌਰਗ ਦਾ ਇੰਪਲੋਈ, ਜਿੱਥੇ ਇਹ ਬੋਡੀਜ਼ ਰੱਖੀਆਂ ਹੋਈਆਂ ਸੀ, ਉਹ ਇੱਕ ਟ੍ਰੈਫਿਕਿੰਗ ਕਰਦਾ ਰਿਹਾ ਬੋਡੀ ਪਾਰਟਸ ਦੀ। ਤੇ ਹੁਣ ਹਾਰਵਰਡ ਯੂਨੀਵਰਸਿਟੀ ਨੇ ਇਸ ਹਫ਼ਤੇ ਮੰਨਿਆ ਆ ਵੀ ਉਹ $53 ਮਿਲੀਅਨ ਇਹਨਾਂ ਲਾਸੂਟਸ ਨੂੰ ਰਿਜ਼ੋਲਵ ਕਰਨ ਦੇ ਲਈ ਜਿਹੜੇ ਉਹ ਲਾਉਣਗੇ, ਦੇਣਗੇ, ਜਿੱਥੇ ਸਾਬਕਾ ਇੰਪਲੋਈ ਨੇ ਇਹ ਬੋਡੀ ਪਾਰਟਸ ਆ ਉਹ ਚੋਰੀ ਕੀਤੇ। ਇੱਥੋਂ ਤੱਕ ਕਿ ਜਿਹੜੇ ਕਡੈਵਰਸ ਆ ਜਿਨ੍ਹਾਂ ਨੂੰ ਡੋਨੇਟ ਕੀਤਾ ਗਿਆ ਸੀਗਾ ਮੈਡੀਕਲ ਸਕੂਲ ਦੇ ਵਿੱਚ ਰੀਸਰਚ ਦੇ ਲਈ, ਉਹ ਪੂਰੇ ਦੇ ਪੂਰੇ ਕਡੈਵਰਸ ਹੀ ਉਹਨਾਂ ਨੂੰ ਵੇਚ ਉਸਨੇ ਦਿੱਤਾ ਹੈਗਾ ਆ। 2023 ਦੇ ਵਿੱਚ ਇਹਨਾਂ ਦੇ ਉਲਟ ਉਹਨਾਂ ਜਿਹੜੇ ਮ੍ਰਿਤਕ ਸੀਗੇ, ਉਹਨਾਂ ਦੇ ਪਰਿਵਾਰਾਂ ਦੇ ਦੁਆਰਾ ਇਹ ਲਾਸੂਟ ਆ ਉਹ ਲਿਆਂਦਾ ਗਿਆ ਸੀ, ਇਲੀਗਲ ਸੇਲ ਆਫ ਹਿਊਮਨ ਰੀਮੇਨਸ ਨੂੰ ਜਿਹੜਾ ਉਹ ਲੈ ਕੇ। ਸੋ ਸੈਡਰਿਕ ਲੌਜ ਨਾਂ ਦਾ ਇੱਕ ਬੰਦਾ ਸੀਗਾ, ਉਸਨੂੰ ਇੰਡਾਈਟ ਵੀ ਕੀਤਾ, ਉਸ ਉੱਤੇ ਚਾਰਜਸ ਵੀ ਜਿਹੜੇ ਆ ਉਹ ਲਾਏ ਸੀਗੇ। ਕਹਿੰਦੇ ਵੀ ਕ੍ਰੀਮੇਟ ਕਰਨ ਦੀ ਬਜਾਏ ਬਾਡੀਜ਼ ਨੂੰ ਰੀਸਰਚ ਜਦੋਂ ਕੰਪਲੀਟ ਹੋ ਜਾਂਦੀ ਸੀਗੀ, ਤੇ ਜਿਹੜਾ ਸੈਡਰਿਕ ਲੌਜ ਸੀ ਇਹ ਉਹਨਾਂ ਕਡੈਵਰਸ ਨੂੰ ਵੇਚ ਦਿੰਦਾ ਸੀਗਾ ਕਈ ਸੂਬਿਆਂ ਦੇ ਵਿੱਚ। 4 ਸਾਲ ਇਸਨੇ ਇਹ ਜਿਹੜੀ ਆ ਕਾਂਡ ਆ ਉਹ ਕਰਦਾ ਰਿਹਾ।
2018 ਤੋਂ ਲੈ ਕੇ 2022 ਤੱਕ, ਤੇ ਪਿਛਲੀ ਦਸੰਬਰ ਦੇ ਵਿੱਚ ਇਸ ਨੇ ਆਪਣੇ ਸਾਰੇ ਦੋਸ਼ਾਂ ਨੂੰ ਕਬੂਲ ਲਿਆ ਤੇ ਹੁਣ ਇਸ ਨੂੰ 8 ਸਾਲ ਦੀ ਜਿਹੜੀ ਸਜ਼ਾ ਆ ਉਹ ਹੋ ਚੁੱਕੀ ਆ, ਜੋ ਕਿ ਹੁਣ ਇਹ ਜੇਲ੍ਹ ਦੇ ਵਿੱਚ ਕੱਟ ਰਿਹਾ ਹੈਗਾ ਆ। ਜੀ ਬਿਲਕੁਲ। ਅਗਲੀ ਖਬਰ ਯੂਕਰੇਨ ਦੇ ਨਾਲ ਸੰਬੰਧਿਤ ਹੈ। ਯੂਕਰੇਨ ਦਾ ਜਿਹੜਾ ਸੈਕ ਕੀਤਾ ਹੋਇਆ ਡਿਫੈਂਸ ਮਿਨਿਸਟਰ ਆ ਫੈਡਰੋਵ, ਉਹਨੇ ਇਹ ਕਿਹਾ ਵੀ ਹੁਣ ਵਾਰ ਟਾਈਮ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੀ ਚਾਹੀਦੀ ਆ। ਕਾਫੀ ਲੰਮਾ ਸਮਾਂ ਹੋ ਗਿਆ ਯੂਕਰੇਨ ਦੇ ਵਿੱਚ ਇਲੈਕਸ਼ਨ ਨਹੀਂ ਹੋਈ। 2022 ਦੇ ਵਿੱਚ ਰਸ਼ੀਆ ਨੇ ਫੁੱਲ ਸਕੇਲ ਇਨਵੇਜ਼ਨ ਕੀਤੀ ਸੀ ਯੂਕਰੇਨ ਦੀ। ਜਿਹੜੇ ਯੂਕਰੇਨ ਦੇ ਪੋਲੀਟੀਕਲ ਫਿਗਰ ਹੁਣ ਜੋ ਆ ਉਹ ਡਿਮਾਂਡ ਕਰ ਰਹੇ ਆ ਵੀ ਯੂਕਰੇਨ ਦੇ ਵਿੱਚ ਇਲੈਕਸ਼ਨ ਹੋਣੀ ਚਾਹੀਦੀ ਹੈਗੀ ਆ। ਐਕਸ ਡਿਫੈਂਸ ਮਿਨਿਸਟਰ ਮਾਈਕ ਖੈਲੋ ਫੈਡਰੋਵ, ਉਹਨਾਂ ਨੇ ਇਹ ਮੰਗ ਕੀਤੀ ਹੈਗੀ ਆ। ਇੱਕ ਟਾਈਮ ਦੇ ਉੱਤੇ ਬਹੁਤ ਜੋ ਉੱਥੇ ਦੇ ਜ਼ੈਲੈਂਸਕੀ ਹੈਗੇ ਆ, ਵਲਾਡੀਮੀਰ ਜ਼ੈਲੈਂਸਕੀ ਪ੍ਰੈਜ਼ੀਡੈਂਟ, ਉਹਨਾਂ ਦੇ ਲਾਗੇ ਸੀਗੇ, ਪਰ ਬਾਅਦ ਦੇ ਵਿੱਚ ਆਊਸਟ ਕਰ ਦਿੱਤੇ ਗਏ ਐਜ਼ ਏ ਡਿਫੈਂਸ ਮਿਨਿਸਟਰ, ਤੇ ਹੁਣ ਉਹਨਾਂ ਨੇ ਕਿਹਾ ਵੀ ਇਲੈਕਸ਼ਨ ਹੋਣੀ ਚਾਹੀਦੀ ਆ ਯੂਕਰੇਨ ਦੇ ਵਿੱਚ। ਇਹ ਇੱਕ ਉਹਨਾਂ ਨੇ ਵੀਡੀਓ ਜਾਰੀ ਕੀਤੀ ਆ YouTube ਦੇ ਉੱਤੇ। ਇੱਦਾਂ ਦੀ ਪਹਿਲੀ ਡਿਮਾਂਡ ਆ ਕਿਸੇ ਮੇਜਰ ਯੂਕਰੇਨੀਅਨ ਪੋਲੀਟੀਕਲ ਫਿਗਰ ਵੱਲੋਂ, ਜਦ ਤੋਂ ਹੀ ਜਿਹੜੀ ਆ ਰਸ਼ੀਆ ਨੇ 2022 ਦੇ ਵਿੱਚ ਜਿਹੜਾ ਅਟੈਕ ਆ ਉੱਥੇ ਸ਼ੁਰੂ ਕੀਤਾ ਹੋਇਆ ਹੈਗਾ ਆ। ਸੋ ਫੈਡਰੋਵ ਨੇ ਇਹ ਕਿਹਾ ਵੀ ਡੈਮੋਕ੍ਰੇਸੀ ਹੋਸਟੇਜ ਨਹੀਂ ਬਣਾਈ ਜਾ ਸਕਦੀ ਰਸ਼ੀਆ ਵੱਲੋਂ। ਡੈਮੋਕ੍ਰੇਸੀ ਕੈਨ ਨਾਟ ਬੀ ਹੈਲਡ ਹੋਸਟੇਜ ਬਾਈ ਰਸ਼ੀਆ। ਸੋ ਕਹਿੰਦੇ ਵੀ ਸਾਡੇ ਕੋਲ ਲੀਗਲ, ਸੇਫ ਤੇ ਰੀਅਲਿਸਟਿਕ ਮੈਕੈਨਿਜ਼ਮ ਹੋਣਾ ਚਾਹੀਦਾ, ਜਿਹਦੇ ਕਰਕੇ ਜਿਹੜੇ ਯੂਕਰੇਨ ਵਾਲੇ ਆ ਉਹ ਫਿਰ ਜਿਹੜੀ ਫੁੱਲ ਡੈਮੋਕ੍ਰੈਟਿਕ ਪ੍ਰੋਸੈਸ ਆ ਤੇ ਈਵਨ ਇਨ ਦਾ ਕੰਡੀਸ਼ਨ ਆਫ ਲੌਂਗ ਵਾਰ ਉਹ ਉਸ ਨੂੰ ਲਾਗੂ ਕੀਤਾ ਜਾ ਸਕੇ। 35 ਸਾਲਾਂ ਦਾ ਫੈਡਰੋਵ ਜਿਹੜਾ ਆ ਲੌਂਗ ਟਾਈਮ ਐਲਾਈ ਰਿਹਾ ਜ਼ੈਲੈਂਸਕੀ ਦਾ, ਜਦੋਂ ਉਹਨੂੰ ਫਾਇਰ ਕਰ ਦਿੱਤਾ ਗਿਆ ਪਿਛਲੇ ਜੁਲਾਈ ਦੇ ਵਿੱਚ, ਤੇ ਉਸ ਟਾਈਮ ਤੋਂ ਹੀ ਉਹ ਹੁਣ ਕਾਫੀ ਰੌਲਾ ਪਾ ਰਿਹਾ ਵੀ ਜਿਹੜੀ ਇਲੈਕਸ਼ਨਸ ਆ ਯੂਕਰੇਨ ਦੇ ਵਿੱਚ ਹੋਣੀਆਂ ਚਾਹੀਦੀਆਂ ਹੈਗੀਆਂ। ਜੀ। ਸੋ ਰਿਫਟ ਜਿਹੜਾ ਉਹ ਬਾਹਰ ਆ, ਜਗ ਜ਼ਾਹਰ ਆ, ਤੇ ਜਿਹੜੀ ਬ੍ਰੇਕ ਇੱਕ ਹਿਸਾਬ ਦੇ ਨਾਲ ਇਸ ਦੀ ਹੋਈ ਆ, ਜੋ ਟੁੱਟਿਆ ਆ ਜ਼ੈਲੈਂਸਕੀ ਦੇ ਨਾਲੋਂ, ਉਹ ਹੁਣ ਸਾਹਮਣੇ ਆ ਚੁੱਕਾ ਆ। ਇਹ ਕਾਫੀ ਯੰਗ ਲੀਡਰ ਹੈਗਾ ਆ, ਉਹ ਕਾਫੀ ਪੋਪੂਲਰ ਆ ਉੱਥੇ। ਇਸ ਨੂੰ ਪਿਛਲੇ ਮਹੀਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਫਾਇਰ ਕੀਤਾ ਸੀਗਾ, ਤੇ ਹੁਣ ਇਸ ਨੇ ਮੰਗ ਰੱਖੀ ਆ ਵੀ ਇਲੈਕਸ਼ਨਸ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਹੈਗੀਆਂ। ਜੋ ਹਾਲਾਤ ਹਰਜੋਤ ਸਿੰਘ ਜੀ ਇਵੈਂਚੁਅਲੀ ਬਣੇ ਪਏ ਆ ਯੂਕਰੇਨ ਦੇ, ਓਵਰਆਲ ਜੇ ਦੇਖਿਆ ਜਾਵੇ ਉਹ ਤਾਂ ਲੱਗਦਾ ਤੇ ਇਦਾਂ ਆ, ਦੂਰੋਂ ਵੀ ਤੇ ਨੇੜਿਓਂ ਵੀ ਧਿਆਨ ਦੇ ਨਾਲ ਬੰਦਾ ਚਿੱਥੇ ਵੀ 4 ਸਾਲਾਂ ਦੇ ਵਿੱਚ ਅਸਲ 'ਚ ਜਿੱਤ ਹੋ ਫਿਰ ਕਿਹਦੀ ਰਹੀ ਆ, ਰਸ਼ੀਆ ਦੀ ਹੋਈ ਆ ਕਿ ਵੈਸਟ ਦੀ ਹੋਈ ਆ? ਕਿਉਂਕਿ ਵੈਸਟ ਯੂਕਰੇਨ ਨੂੰ ਕੁਛ ਸਮੇਂ ਬਾਅਦ ਹਥਿਆਰ ਜੇ ਦੇ ਦਿੰਦਾ, ਉਹ ਮਾੜਾ ਜਿਹਾ ਲੜ ਲੈਂਦੇ ਆ, ਫਿਰ ਉਹ ਇੱਧਰ ਤਰਲੇ ਮਿੰਨਤਾਂ ਕਰਨ ਆ ਜਾਂਦੇ ਆ ਵੀ ਸਾਨੂੰ ਹੋਰ ਸਮੱਗਰੀ ਜਿਹੜੀ ਉਹ ਚਾਹੀਦੀ ਆ। ਤੇ ਪੁਤਿਨ ਵੀ ਜਿਹੜਾ ਉਹ ਆਰਾਮ ਦੇ ਨਾਲ ਸਮਾਂ ਜਿਹੜਾ ਆ ਉਹ ਹੁਣ ਕੱਟ ਰਿਹਾ ਹੈਗਾ ਆ। ਉਧਰ ਉਹਨੇ ਯੂਰਪ ਨੂੰ ਸੁੱਕਣੇ ਪਾਇਆ ਆ, ਇਹ ਕਹਿ ਕੇ ਪਹਿਲਾਂ ਹੀ ਵੀ ਇਸ ਵਾਰ ਸਿਆਲ ਕਹਿੰਦੇ ਵੀ ਬਹੁਤ ਭਾਰੇ ਹੋਣੇ ਆ, ਇਸ ਲਈ ਅਸੀਂ ਤੁਹਾਨੂੰ ਜਿਹੜਾ ਉਹ ਕੋਈ ਵੀ એનર્ਜੀ ਵਾਲਾ ਜਿਹੜਾ ਸੋਰਸ ਆ, ਤੇਲ ਗੈਸ ਜਿਹੜੀ ਉਹ ਦੇਣੀ ਨਹੀਂ ਆ। ਸੋ ਯੂਰਪ ਨੂੰ ਵੀ ਲਾਲੇ ਪਏ ਹੋਏ ਆ ਵੀ ਅੱਗੇ ਆਉਣ ਦੇ ਜਿਹੜੇ ਸਿਆਲ ਆ ਇਸ ਵਾਰ ਕੱਢਣੇ ਜਿਹੜੇ ਉੱਥੇ ਕਿੱਦਾਂ ਹੈਗੇ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਉੱਤੇ ਗੱਲ ਕਰਦੇ ਜਾਈਏ ਤਾਂ ਜਿਹੜੇ ਚਾਈਲਡ ਸੇਫਟੀ ਟਰਾਇਲ ਆ ਮੈਟਾ ਦੇ ਉਲਟ ਉਹ ਫੈਡਰਲ ਕੋਰਟ ਦੇ ਵਿੱਚ ਸ਼ੁਰੂ ਹੋ ਚੁੱਕਾ ਆ। ਇਹਦੇ ਵਿੱਚ ਬਾਟਮ ਲਾਈਨ ਕਹਿੰਦੇ ਵੀ ਇਹ ਆ ਰਹੀ ਆ ਵੀ ਪ੍ਰੋਫਿਟਸ ਵਨ। ਮੈਟਾ ਪੇਰੈਂਟ ਕੰਪਨੀ ਆ ਇੰਸਟਾਗ੍ਰਾਮ, ਫੇਸਬੁੱਕ ਤੇ ਵਟਸਐਪ ਦੀ। ਇੰਸਟਾਗ੍ਰਾਮ ਦੇ ਚੱਲਦਿਆਂ ਬਹੁਤ ਜ਼ਿਆਦਾ ਜਿਹੜੇ ਨੌਜਵਾਨਾਂ ਦੇ ਉੱਤੇ ਯੰਗਸਟਰਸ ਆ, ਟੀਨੇਜਰਸ ਆ, ਉਹਨਾਂ ਦੀ ਸਿਹਤ ਦੇ ਉੱਤੇ ਅਸਰ ਪਿਆ, ਮੈਂਟਲ ਸਿਹਤ ਦੇ ਉੱਤੇ। ਇੱਥੋਂ ਤੱਕ ਕਿ ਵੀ ਕਈਆਂ ਨੇ ਆਪਣੀ ਜਾਨ ਤੱਕ ਵੀ ਜਿਹੜੀ ਆ ਇਹਨਾਂ ਦੇ ਐਲਗੋਰਿਜ਼ਮ ਦੇ ਚੱਲਦਿਆਂ ਉਹ ਲੈ ਲਈ। ਕਹਿੰਦੇ ਵੀ ਮੈਟਾ ਦਾ ਬਿਜ਼ਨਸ ਮਾਡਲ 4 ਸਿੰਪਲ ਵਰਡਸ ਦੇ ਵਿੱਚ ਉਹ ਤੁਸੀਂ ਡਿਫਾਈਨ ਕਰ ਸਕਦੇ ਆ। ਹੁੱਕ, ਵੀ ਲੋਕਾਂ ਨੂੰ ਉਹ ਇਸ ਦੇ ਉੱਤੇ ਲਾਉਂਦੇ ਆ, ਐਡਿਕਟ ਲਾਉਂਦੇ ਆ, ਹੋਲਡ ਕਰਦੇ ਆ ਵੀ ਵੱਧ ਤੋਂ ਵੱਧ ਸਮਾਂ ਉਸ ਦੇ ਉੱਤੇ ਗੁਜ਼ਾਰਨ, ਤੇ ਉਹਨਾਂ ਦਾ ਡਾਟਾ ਬਾਅਦ ਦੇ ਵਿੱਚ ਹਾਰਵੈਸਟ ਕੀਤਾ ਜਾਂਦਾ ਆ, ਤੇ ਬਾਅਦ ਦੇ ਵਿੱਚ ਲੋਕਾਂ ਤੋਂ, ਜਨਤਾ ਤੋਂ ਜਿਹੜਾ ਸੱਚ ਆ ਹਾਈਡ ਕੀਤਾ ਜਾਂਦਾ, ਉਹ ਲੁਕਾਇਆ ਜਾਂਦਾ ਆ। ਕੈਲੀਫੋਰਨੀਆ ਦੇ ਡਿਪਟੀ ਅਟਾਰਨੀ ਜਨਰਲ ਮੇਗਨ ਓਨੀਲ, ਉਹਨਾਂ ਨੇ ਆਪਣੀ ਓਪਨਿੰਗ ਸਟੇਟਮੈਂਟ ਦੇ ਵਿੱਚ ਜਿਹੜੇ ਦਰਜਨਾਂ ਹੀ ਸੂਬਿਆਂ ਨੇ ਮਿਲ ਕੇ ਮੈਟਾ ਦੇ ਉਲਟ ਕੀਤੀਆਂ ਆ, ਉਸ ਦੇ ਵਿੱਚ
ਇਹ ਬਿਆਨ ਜਿਹੜਾ ਉਹ ਦਿੱਤਾ। ਕਹਿੰਦੇ ਵੀ ਇਹ ਬਹੁਤ ਹੀ ਮਾੜਾ ਆ, ਸਪੈਸ਼ਲੀ ਬੈਡ ਫॉर ਕਿਡਸ, ਵੀ ਉਹਨਾਂ ਦੇ ਲਈ ਬਹੁਤ ਮਾੜਾ ਆ। ਇਹ ਕਾਫੀ ਹਾਈ ਸਟੇਕ ਲਾਸੂਟ ਚੱਲ ਰਿਹਾ ਆ। ਕਹਿੰਦੇ ਵੀ ਇਸ ਦੀ ਪੋਟੈਂਸ਼ੀਅਲ ਐਸਟੀਮੇਟ ਪੈਨਲਟੀ $1.4 ਟ੍ਰਿਲੀਅਨ ਦੀ ਜਿਹੜੀ ਉਹ ਹੋ ਸਕਦੀ ਆ। ਨੈਸਡੈਕ ਦੇ ਵਿੱਚ ਕਹਿੰਦੇ ਵੀ ਮੈਟਾ ਦੀ ਇਕੁਇਟੀ ਇੰਨੀ ਆ, ਸੋ ਕੁੱਲ ਜਿਹੜੀ ਕੰਪਨੀ ਦੀ ਵੈਲਿਊ $1.4 ਟ੍ਰਿਲੀਅਨ ਦੀ ਆ, ਉਸ ਦੇ ਵੈਲਿਊ ਦੀ ਜਿਹੜੀਆਂ ਪੈਨਲਟੀਜ਼ ਆ ਇਹਨਾਂ ਦੇ ਉੱਤੇ ਪੈ ਸਕਦੀਆਂ ਆ। ਕੈਲੀਫੋਰਨੀਆ, ਕੋਲੋਰਾਡੋ, ਕੰਟਕੀ, ਨਿਊ ਜਰਸੀ ਇਹ ਦੋਸ਼ ਲਾ ਰਹੇ ਆ ਮੈਟਾ ਦੇ ਉੱਤੇ ਵੀ ਉਹਨਾਂ ਦੇ ਜਿਹੜੇ ਫਲੈਗਸ਼ਿਪ ਪ੍ਰੋਡਕਟ ਇੰਸਟਾਗ੍ਰਾਮ ਤੇ ਫੇਸਬੁੱਕ ਆ, ਇਹ ਮਾਈਨਰਸ ਨੂੰ ਅਡਿਕਸ਼ਨ ਦੇ ਵੱਲ ਨੂੰ ਘੱਲਦੇ ਆ, ਵੀ ਇਹ ਅਡਿਕਟਿਵ ਨੇ, ਵੀ ਇਹ ਸੋਸ਼ਲ ਮੀਡੀਆ ਨੂੰ ਵਰਤਣਾ ਹੀ ਅਡਿਕਟਿਵ ਆ। ਜਿਹੜੀਆਂ ਐਲਗੋਰਿਦਮਸ ਲਾਉਂਦੀਆਂ, ਕਹਿੰਦੇ ਵੀ ਐਨਕਰਜ ਕਰਦੇ ਨੇ ਕੰਪਲਸਿਵ ਯੂਜ਼, ਵੀ ਵੱਧ ਤੋਂ ਵੱਧ ਤੇ ਆਲ ਦਾ ਟਾਈਮ ਇਸ ਦੀ ਵਰਤੋਂ ਜਿਹੜੀ ਉਹ ਕਰ ਦਿੱਤੀ ਜਾਵੇ। ਇਨਫਾਈਨਾਈਟ ਸਕਰੋਲ, ਵੀ ਸਕਰੋਲਿੰਗ ਕਦੀ ਮੁੱਕਦੀ ਨਹੀਂ। ਫੋਟੋ ਫਿਲਟਰ, ਲਾਈਕ ਬਟਨ, ਇਹ ਸਾਰੀਆਂ ਚੀਜ਼ਾਂ ਕਹਿੰਦੇ ਵੀ ਲੋਕਾਂ ਦੀ ਬੱਚਿਆਂ ਦੀ ਖਾਸ ਕਰਕੇ ਸਿਹਤ ਦੇ ਉੱਤੇ ਇਹ ਭੈੜਾ ਅਸਰ ਜਿਹੜੀਆਂ ਉਹ ਪਾ ਰਹੀਆਂ ਆ। ਇਹ ਸੂਬੇ ਦਾਅਵਾ ਕਰਦੇ ਆ ਵੀ ਮੈਟਾ ਦੇ ਦੁਆਰਾ ਜਿਹੜੀ ਫੈਡਰਲ ਚਿਲਡਰਨ ਆਨਲਾਈਨ ਪ੍ਰਾਈਵੇਸੀ ਪ੍ਰੋਟੈਕਸ਼ਨ ਐਕਟ ਕੋਪਾ ਕਰਕੇ ਜਿਹੜਾ ਹੈਗਾ ਆ, ਉਸ ਨੂੰ ਇਹ ਵਾਇਲੇਟ ਕਰਦਾ ਆ। 13 ਸਾਲ ਤੋਂ ਘੱਟ ਦੀ ਉਮਰ ਵਾਲੇ ਬੱਚਿਆਂ ਦਾ ਵੀ ਇਹ ਡਾਟਾ ਜਿਹੜਾ ਆ, ਪਰਸਨਲ ਡਾਟਾ ਆ, ਉਹ ਗੈਦਰ ਕਰ ਰਹੇ ਆ ਪੈਰੈਂਟਲ ਕੰਸੈਂਟ ਤੋਂ ਬਗੈਰ। ਸੋ ਹੁਣ ਮੈਟਾ ਵਾਲੇ ਕਹਿੰਦੇ ਆ ਵੀ ਨਹੀਂ ਅਸੀਂ ਇਦਾਂ ਦਾ ਕੁਝ ਵੀ ਜਿਹੜਾ ਉਹ ਨਹੀਂ ਕੀਤਾ। ਇਹ ਜਿਹੜੇ ਦੋਸ਼ ਜਿਹੜੇ ਲਾਏ ਜਾ ਰਹੇ ਆ ਇਹ ਨਿਰ ਆਧਾਰ ਨੇ। ਤੇ ਕੰਪਨੀ ਕਹਿੰਦੀ ਆ ਵੀ ਅਸੀਂ ਪ੍ਰੋਟੈਕਸ਼ਨਸ ਟੀਨੇਜਰਸ ਦੇ ਲਈ ਪੂਰੀਆਂ ਦੇ ਰਹੇ ਆ, ਪ੍ਰਾਈਵੇਸੀ ਸੈਟਿੰਗਸ ਦਿੱਤੀਆਂ ਆ, 1 ਆਵਰ ਟਾਈਮਰ ਇੰਸਟਾਗ੍ਰਾਮ ਵਾਲਾ ਲਾਇਆ ਆ ਵੀ ਐਪ ਜਿਹੜੀ ਉਹ ਤੁਸੀਂ ਕਲੋਜ਼ ਕਰ ਦਿਓ। ਟੀਨ ਅਕਾਊਂਟਸ ਜਿਹੜੇ ਪੈਰੈਂਟਲ ਕੰਟਰੋਲ ਵਾਲੇ ਆ ਉਹ ਅਸੀਂ ਲਾਂਚ ਜਿਹੜੇ ਉਹ ਕੀਤੇ ਹੈਗੇ ਆ। ਸੋ ਹੁਣ ਦੇਖਦੇ ਆ ਹਰਜੋਤ ਸਿੰਘ ਜੀ ਕੀ ਬਣਦਾ ਆ। ਪਰ $1.4 ਟ੍ਰਿਲੀਅਨ ਤੱਕ ਦੀਆਂ ਪੈਨਲਟੀਜ਼ ਮੈਟਾ ਨੂੰ ਜਿਹੜੀਆਂ ਉਹ ਹੋ ਸਕਦੀਆਂ ਆ, ਜੇ ਇਸ ਤਰੀਕੇ ਦੇ ਨਾਲ ਇਹ ਬੱਚਿਆਂ ਦੇ ਬਿਹੇਵੀਅਰ ਦੇ ਉੱਤੇ ਅਸਰ ਪਾਉਣ ਵਾਲਾ, ਉਹਨਾਂ ਦੇ ਲਈ ਖਤਰਨਾਕ ਦੱਸੀਆਂ ਗਈਆਂ ਐਪਸ ਦੀ ਜਿਹੜੀ ਹੁਣ ਲਾਸੂਟ ਆ, ਉਹ ਅਦਾਲਤ ਦੇ ਵਿੱਚ ਟ੍ਰਾਇਲ ਜਿਹੜਾ ਉਹ ਪਹੁੰਚਿਆ ਹੈਗਾ ਆ। ਜੀ, ਅਗਲੀ ਖਬਰ ਇੱਕ ਬੜੀ ਮਾੜੀ ਆ ਰਹੀ ਹੈ। ਇੱਕ ਭਾਰਤੀ ਮੂਲ ਦੀ ਆਪਾਂ ਕਹਿ ਸਕਦੇ ਹਾਂ ਪੰਜਾਬੀ ਕੁੜੀ ਜੋ UC ਸੈਂਤਾ ਕਰੂਜ਼ ਦੀ ਸਟੂਡੈਂਟ ਸੀ, 19 ਸਾਲਾਂ ਦੀ, ਅਲੀ ਰੈਨੀ ਸਿੰਘ। ਉਹ ਕਾਰ ਡਰਾਈਵ ਕਰ ਰਹੀ ਸੀ ਤੇ ਸੈਂਤਾ ਕਰੂਜ਼ ਦੇ ਵਿੱਚ, ਤੇ ਉਹਦੀ ਵੈਸਟ ਕਲਿਫ ਡਰਾਈਵ ਜਿਹੜੀ ਹੈਗੀ ਆ, ਉੱਥੋਂ ਕਾਰ ਪਲੰਜ ਹੋ ਗਈ ਥੱਲੇ ਡਿਚ ਦੇ ਵਿੱਚ, ਤੇ ਉੱਥੇ ਜਿਹੜੀ ਆ ਉਹਦੀ ਮੌਤ ਹੋ ਗਈ। ਇਹ ਅਗਸਤ 13 ਨੂੰ ਸਾਰਾ ਕੁਝ ਵਾਪਰਿਆ। ਸੋ ਉਹਦੇ ਜਿਹੜੇ ਪੇਰੈਂਟਸ ਆ, ਮੋਨਿਕਾ ਸਿੰਘ, ਉਹਨੇ ਇਹ ਕਨਫਰਮ ਕੀਤਾ ਹੈਗਾ। ਕਹਿੰਦੇ ਵੀ ਬਹੁਤ ਦੁਖੀ ਹਿਰਦੇ ਨਾਲ ਅਸੀਂ ਕਹਿ ਰਹੇ ਹਾਂ ਵੀ ਸਾਡੀ ਜਿਹੜੀ ਡਾਟਰ ਆ ਇਸ ਐਕਸੀਡੈਂਟ ਦੇ ਵਿੱਚ ਉਸ ਦੀ ਡੈਥ ਹੋ ਗਈ। UC ਸੈਂਤਾ ਕਰੂਜ਼ ਦੇ ਵਿੱਚ 3rd ਈਅਰ ਦੀ ਉਹ ਸਟੂਡੈਂਟ ਸੀਗੀ, ਤੇ ਕਹਿੰਦੇ ਵੀ ਬਹੁਤ ਸਮਾਰਟ ਤੇ ਲਵਿੰਗ ਯੰਗ ਲੇਡੀ ਸੀ, ਤੇ ਉਹ ਸਾਰੇ ਹੀ ਜਿਹੜੇ ਉਹਦੇ ਪਰਿਵਾਰਕ ਮੈਂਬਰ ਆ ਉਸ ਨੂੰ ਬਹੁਤ ਜ਼ਿਆਦਾ ਜਿਹੜੇ ਮਿਸ ਕਰ ਰਹੇ ਹੈਗੇ ਆ। ਜਿਹੜੇ ਵਿਟਨੈਸਸ ਆ ਉਹਨਾਂ ਨੇ ਕਿਹਾ ਵੀ ਜਿਹੜੇ ਐਮਰਜੈਂਸੀ ਡਿਸਪੈਚਰ ਸੀਗੇ, ਉਹਨਾਂ ਨੇ ਬਹੁਤ ਹੀ ਡੂੰਘੀ ਜਿਹੜੀ ਸਬਮਰਜ ਹੋਈ ਪਈ ਸੀ ਕਾਰ ਪਾਣੀ ਦੇ ਵਿੱਚ, ਉੱਥੋਂ ਫਿਰ ਉਹ ਕਾਰ ਜਿਹੜੀ ਕੱਢੀ। ਤੇ ਰੈਸਕਿਊ ਸਵਿਮਰਸ ਵੀ ਇਸ ਦੇ ਵਿੱਚ ਜਿਹੜੇ ਸੈਂਤਾ ਕਰੂਜ਼ ਫਾਇਰ ਡਿਪਾਰਟਮੈਂਟ ਦੇ ਆ, ਉਹਨਾਂ ਨੂੰ ਯੂਜ਼ ਕੀਤਾ ਗਿਆ ਓਸ਼ਨ ਦੇ ਵਿੱਚੋਂ ਕਾਰ ਕੱਢਣ ਦੇ ਲਈ, ਕਿਉਂਕਿ ਕਲਿੱਪ ਤੋਂ ਥੱਲੇ ਡਿੱਗੀ ਤੇ ਥੱਲੇ ਸਮੁੰਦਰ ਦੇ ਵਿੱਚ ਪਾਣੀ ਦੇ ਵਿੱਚ ਉਹ ਕਾਰ ਚਲੇ ਗਈ। ਸੋ ਇੱਕ ਮੇਲ ਡਰਾਈਵਰ ਉਹ ਕਾਰ ਤੋਂ ਬਾਹਰ ਸੀਗਾ, ਹੋਰ ਕਾਰ ਦੇ ਵਿੱਚ, ਉਹਨੂੰ ਜਿਹੜੀਆਂ ਸੱਟਾਂ ਲੱਗੀਆਂ ਹੈਗੀਆਂ। UC ਸੈਂਤਾ ਕਰੂਜ਼ ਦੀ ਪੁਲਿਸ ਆਫੀਸਰਸ ਨੂੰ ਵੀ ਸੀਨ ਦੇ ਉੱਤੇ ਕਾਲ ਕੀਤਾ ਗਿਆ। ਇਹ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਨੇ ਦੱਸਿਆ ਹੈਗਾ। ਸੋ UC ਸੈਂਤਾ ਕਰੂਜ਼ ਦੇ ਸਟੂਡੈਂਟਸ ਨੇ ਕਿਹਾ ਵੀ ਅਸੀਂ ਵੀ ਸਾਰੇ ਬਹੁਤ ਹਾਰਟ ਬ੍ਰੋਕਨ ਹੈਗੇ ਆ, ਵੀ ਵਿਕਟਮ ਜਿਹੜਾ ਆ ਸਾਡਾ ਹੀ ਸਟੂਡੈਂਟ ਸੀਗਾ, ਸਾਡੇ ਨਾਲ ਹੀ ਜਿਹੜੀ ਉਹ ਪੜ੍ਹਦੀ ਸੀ, ਤੇ ਸਾਡੀਆਂ ਜਿਹੜੀਆਂ ਕੰਡੋਲੈਂਸਸ ਹੈਗੀਆਂ ਉਹਦੇ ਪਰਿਵਾਰ ਦੇ ਲਈ ਹੈਗੀਆਂ। ਸੋ ਬਹੁਤ ਹੀ ਮਾੜੀ ਘਟਨਾ ਵਾਪਰੀ। 19 ਸਾਲਾਂ ਦੀ ਇਹ ਸਟੂਡੈਂਟ ਸੀ UC ਸੈਂਤਾ ਕਰੂਜ਼ ਦੀ। ਜੀ ਬਿਲਕੁਲ। ਅਗਲੀ ਜਿਹੜੀਆਂ ਖਬਰਾਂ ਆ ਉਸ ਦੇ ਵੱਲ ਵੱਧਦੇ ਜਾਈਏ ਤਾਂ ਕਹਿੰਦੇ ਵੀ ਇੱਕ ਅਕੈਡਮਿਕ ਪ੍ਰੋਫੈਸ਼ਨ ਉਸ ਨੂੰ AI ਤਕਰੀਬਨ ਖਾ ਚੁੱਕੀ ਹੈਗੀ ਆ। ਇਹ ਹੈਗਾ ਆ ਜਿਹੜੇ ਮੈਥਮੈਟਿਕਸ ਸਿਖਾਉਣ ਵਾਲੇ ਜਾਂ
ਆਨਲਾਈਨ ਪੜ੍ਹਾਈ ਕਰਾਉਣ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਉੱਤੇ AI ਨੇ ਖਾਸਾ ਅਸਰ ਪਾਇਆ ਆ। ਕਹਿੰਦੇ ਵੀ ਟੌਪ ਦੇ ਮੈਥਮੈਟੀਸ਼ੀਅਨਸ ਉਹ ਇਕੱਠੇ ਹੋਏ ਸੀਗੇ ਸੈਨ ਫਰਾਂਸਿਸਕੋ ਦੇ ਵਿੱਚ ਓਪਨ AI ਦੇ ਆਫਿਸਿਸ ਦੇ ਵਿੱਚ, ਤੇ ਕਹਿੰਦੇ ਵੀ ਉੱਥੇ ਡਿਸਕਸ਼ਨਸ ਇਹ ਕੀਤੀਆਂ ਗਈਆਂ ਵੀ ਇਨਸਾਨਾਂ ਨੇ ਕਰਨਾ ਕੀ ਆ ਜਦ ਸੁਪਰ ਇੰਟੈਲੀਜੈਂਸ ਨੇ ਜਿਹੜਾ ਉਹ ਮੈਥ ਦੇ ਉੱਤੇ ਸਾਰੇ ਕੰਮ ਜਿਹੜੇ ਉਹ ਕਰਨ ਲੱਗ ਜਾਣੇ ਹੈਗੇ ਆ। ਸੋ ਕਹਿੰਦੇ ਵੀ ਅਗਸਤ ਦੀ ਸ਼ੁਰੂਆਤ ਦੇ ਵਿੱਚ ਓਪਨ AI ਦੇ ਸੈਨ ਫਰਾਂਸਿਸਕੋ ਆਫਿਸ ਦੇ ਵਿੱਚ ਜਿਹੜੀ ਸਮਟ ਹੋਈ ਸੀਗੀ ਐਗਜ਼ਿਸਟੈਂਸ਼ੀਅਲ ਕੁਐਸਚਨ ਦੇ ਉੱਤੇ ਵੀ ਲੋਕਾਂ ਦੇ ਲਈ ਕਰਨ ਨੂੰ ਰਹਿ ਕੀ ਜਾਣਾ ਆ, ਖਾਸ ਕਰਕੇ ਜਿਹੜੇ ਹਿਊਮਨ ਮੈਥ ਐਕਸਪਰਟਸ ਆ ਉਹਨਾਂ ਦੇ ਲਈ ਕਰਨ ਨੂੰ ਰਹਿ ਕੀ ਜਾਣਾ ਆ ਜਦ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਸਭ ਨੂੰ ਪਿੱਛੇ ਜਿਹੜਾ ਉਹ ਛੱਡ ਦੇਣਾ ਹੈਗਾ ਆ। ਸੋ ਇਹ ਅਕੈਡਮਿਕ ਪ੍ਰੋਫੈਸ਼ਨ ਵਾਲੇ ਖਾਸੇ ਇਸ ਟਾਈਮ ਨਿਰਾਸ਼ ਜਿਹੜੇ ਉਹ ਚੱਲ ਰਹੇ ਆ। ਕਹਿੰਦੇ ਵੀ ਹੁਣ ਕਹਿੰਦੇ ਵੀ ਚਾਂਸ ਇਹ ਬਣ ਰਿਹਾ ਵੀ ਕਿਸੇ ਵੀ ਤਰੀਕੇ ਦੀ ਇਨਸਾਨਾਂ ਦੇ ਦੁਆਰਾ ਹਾਈ ਕੁਆਲਿਟੀ ਮੈਥਮੈਟਿਕਸ ਰਿਸਰਚ ਨਹੀਂ ਹੋਊਗੀ। ਹਿਊਮਨ ਐਕਸਪਰਟੀਜ਼ ਜਿਹੜੇ ਮੈਥਮੈਟਿਕਸ ਦੇ ਵਿੱਚ ਆ ਉਹ ਟੋਟਲੀ ਲੋਸਟ ਜਿਹੜੇ ਉਹ ਹੋ ਜਾਣਗੇ। ਡੈਨੀਅਲ ਲਿਟ ਇਹ ਪ੍ਰੋਫੈਸਰ ਹੈਗੇ ਨੇ ਯੂਨੀਵਰਸਿਟੀ ਆਫ ਟੋਰਾਂਟੋ ਦੇ, ਉਹਨਾਂ ਨੇ ਇੱਕ ਇਵੈਂਟ ਜਿਸ ਦਾ ਨਾਂ ਰੱਖਿਆ ਸੀ ਦੀ ਐਂਡ ਆਫ ਮੈਥਮੈਟਿਕਸ, ਉਸ ਦੇ ਵਿੱਚ ਇਹ ਟਾਕ ਦਿੱਤਾ ਸੀ, ਇਹ ਗੱਲਬਾਤ ਕੀਤੀ ਸੀ। ਸੋ ਲਿਟ ਦੀ ਜਿਹੜੀ ਪ੍ਰੈਜੈਂਟੇਸ਼ਨ ਪੂਰੇ ਦਿਨ ਚੱਲੀ ਮੀਟਿੰਗ ਦੇ ਵਿੱਚ ਇਹ ਸੀਗੀ ਵਰਸਟ ਕੇਸ ਸਿਨਾਰੀਓ ਦੇ ਤੌਰ ਦੇ ਉੱਤੇ, ਪਰ ਇਹਦੀ ਜੇ ਪੋਜ਼ਿਟਿਵ ਤੌਰ ਦੇ ਉੱਤੇ ਹਰਜੋਤ ਸਿੰਘ ਜੀ ਦੇਖਣਾ ਹੋਵੇ ਇਹ ਆ ਵੀ ਲੋਕਾਂ ਨੂੰ ਹੁਣ ਜੇ ਮੈਥਮੈਟਿਕਸ ਸਿੱਖਣਾ ਆ ਜਾਂ ਉਸ ਨੂੰ ਸਮਝਣਾ ਆ ਉਸ ਦੇ ਲਈ ਕੋਈ ਵੱਡੀਆਂ ਯੂਨੀਵਰਸਿਟੀਜ਼ 'ਤੇ ਜਾ ਕੇ ਪੜ੍ਹਨ ਦੀ ਜ਼ਰੂਰਤ ਨਹੀਂ ਆ। ਤੁਹਾਡੇ ਕੋਲ ਤੁਹਾਡੇ ਹੱਥ ਦੇ ਵਿੱਚ ਇਸ ਦਾ ਕੰਟਰੋਲ ਆ ਤੇ ਤੁਸੀਂ ਉਸ ਨੂੰ ਸਿੱਖ ਸਕਦੇ ਹੈਗੇ ਆ। ਪਰ ਐਜ਼ ਏ ਅਕੈਡਮਿਕ ਪ੍ਰੋਫੈਸ਼ਨਲ ਵਾਲੇ ਜਿਹੜੇ ਆ ਉਹ ਕਹਿ ਰਹੇ ਆ ਵੀ ਭਾਈ ਸਾਡੀ ਜੌਬ ਦੇ ਤਾਂ ਹੁਣ ਤੁਸੀਂ ਇੱਕ ਹਿਸਾਬ ਦੇ ਨਾਲ ਲੀਕ ਹੀ ਜਿਹੜੀ ਉਹ ਫੇਰ ਦਿੱਤੀ ਆ। ਜੇਕਬ ਟਿਸਟਰਮੈਨ ਇਹ ਫੀਲਡਸ ਮੈਡਲ ਜਿੱਤਣ ਵਾਲੇ ਹੈਗੇ ਆ, ਉਹਨਾਂ ਨੇ ਵੀ ਇਹ ਕਿਹਾ ਵੀ ਕਹਿੰਦੇ ਵੀ ਮੈਨੂੰ ਲੱਗਦਾ ਵੀ AI ਨੇ ਜਿਹੜੀ ਆ ਇਨਸਾਨਾਂ ਦੇ ਨਾਲੋਂ ਜਿਹੜੇ ਮੈਥ ਦੇ ਉੱਤੇ ਜ਼ਿਆਦਾ ਵਧੀਆ ਜਿਹੜਾ ਉਹ ਕੰਮ ਕਰਨਾ ਆ ਰੋਬਸਟਲੀ, ਵੀ ਹੋਰ ਵੀ ਜ਼ਿਆਦਾ ਵਧੀਆ ਢੰਗ ਦੇ ਨਾਲ, ਬੜੀ ਤੇਜ਼ੀ ਦੇ ਨਾਲ ਤੇ ਬਹੁਤ ਹੀ ਜਲਦ। ਸੋ ਇਸ ਕਰਕੇ ਜਿਹੜੇ ਮੈਥਮੈਟੀਸ਼ੀਅਨਸ ਆ ਉਹ ਓਪਨ AI ਦੇ ਆਫਿਸ ਦੇ ਵਿੱਚ ਇਕੱਠੇ ਹੋਏ ਤੇ ਉਹ ਜਿਹੜੇ ਉਹ ਗੱਲਾਂ ਕਰ ਰਹੇ ਸੀਗੇ ਵੀ ਭਾਈ ਲੱਗਦਾ ਆ ਵੀ ਹੁਣ ਇਨਸਾਨੀ ਮੈਥਮੈਟੀਸ਼ੀਅਨਸ ਦੀ ਆਉਂਦੇ ਸਮੇਂ ਦੇ ਵਿੱਚ ਜ਼ਰੂਰਤ ਨਹੀਂ ਰਹੇਗੀ। ਕੱਲਾ ਉਹ ਨਹੀਂ ਲੱਗਦਾ ਰਾਜਕਰਮੀ ਸਿੰਘ, ਸਾਰੇ ਐਜੂਕੇਸ਼ਨ ਸਿਸਟਮ ਦਾ ਹੀ ਬਹੁਤ ਕੁਝ ਚੇਂਜ ਹੋ ਰਿਹਾ। ਬਹੁਤ ਸਾਰੀਆਂ ਯੂਨੀਵਰਸਿਟੀ 'ਚ ਲੋਕ ਜਾਣ ਤੋਂ ਸੋਚ ਰਹੇ ਵੀ ਅਸੀਂ ਤਾਂ YouTube ਤੋਂ AI ਦੇ ਥਰੂ ਬਹੁਤ ਕੁਝ ਜਿਹੜਾ ਲਰਨ ਕਰ ਸਕਦੇ ਹਾਂ, ਬਹੁਤ ਸਾਰੀਆਂ ਕਲਾਸਿਸ ਉੱਥੋਂ ਲੈ ਸਕਦੇ ਹੈਗੇ ਆ। ਸੋ ਇਹ ਬਹੁਤ ਜ਼ਿਆਦਾ ਜਿਹੜੀ ਚੇਂਜ ਆ ਉਹ ਹੋ ਰਹੀ ਆ। ਜਦੋਂ ਆਪਾਂ ਪੜ੍ਹਦੇ ਸੀ ਲਾਇਬ੍ਰੇਰੀਆਂ 'ਚ ਜਾਂਦੇ ਸੀ, ਲਾਇਬ੍ਰੇਰੀਆਂ 'ਚ ਕਈ ਵਾਰੀ ਉਹ ਜਿਹੜੀਆਂ ਬੁੱਕਸ ਨਹੀਂ ਲੱਭਦੀਆਂ ਸੀਆਂ ਕਿਉਂਕਿ ਇਸ਼ੂ ਕਰਕੇ ਲੈ ਜਾਂਦੇ ਸੀ ਤੇ ਉਹ ਰਿਟਰਨ ਨਹੀਂ ਕਰਦੇ ਸੀ ਸਟੂਡੈਂਟ, ਜਾਂ ਹੁੰਦੀਆਂ ਵੀ ਸੀਆਂ ਉਹਨਾਂ 'ਚੋਂ ਪੇਪਰ ਪਾੜ ਲਏ ਹੁੰਦੇ ਸੀ। ਸੋ ਪਰ ਹੁਣ ਦੇਖੋ ਕਿੰਨਾ ਈਜ਼ੀ ਹੋਇਆ ਹੈਗਾ ਆ ਵੀ ਘਰ ਬੈਠਾ ਹੀ ਬੰਦਾ ਜਿੱਥੇ ਮਰਜ਼ੀ ਲਰਨ ਕਰ ਸਕਦਾ ਹੈਗਾ। ਹਾਂ, ਜੇ ਕਿਸੇ ਨੇ ਲਰਨ ਕਰਨਾ ਹੈ ਬਿਲਕੁਲ। ਤੇ ਹਰਜੋਤ ਸਿੰਘ ਜੀ ਇੱਕ ਕੁਇਕ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਤੇ ਰਹਿ ਗਈਆਂ ਹੋਰ ਖਬਰਾਂ ਦੇ ਉੱਤੇ ਆਪਾਂ ਨਜ਼ਰ ਮਾਰਾਂਗੇ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 408 272 5200 ਤੇ ਦੂਜਾ ਨੰਬਰ
408-722-7698 डायल करो यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇਜਸ ਤੇ ਲਾਈਵ ਰੋਡ ਸ਼ੋ। ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408-272-5200 ਯਾਨੀ 4082725200 ਤੇ ਦੂਜਾ ਨੰਬਰ 408-722-7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ। ਇਹ ਹੈ ਵੀ ਅਸੀਂ ਕਿਸੇ ਤਰ੍ਹਾਂ ਦਾ ਵੀ ਜਿਹੜਾ ਟ੍ਰੇਡ ਆ ਉਹ ਈਰਾਨ ਦੇ ਨਾਲ ਕਰਨ ਤੋਂ ਹੁਣ ਬੰਦ ਕਰਨ ਜਾ ਰਹੇ ਹਾਂ ਉਸ ਟ੍ਰੇਡ ਨੂੰ, ਕਿਉਂਕਿ ਤਹਿਰਾਨ ਨੇ ਉਹਨਾਂ ਦੇ ਉੱਤੇ ਜਿਹੜੀਆਂ ਬੈਲਿਸਟਿਕ ਮਿਸਾਈਲਸ ਆ ਉਹ ਫਾਇਰ ਕੀਤੀਆਂ ਹੈਗੀਆਂ। ਯੂਨਾਈਟਿਡ ਅਰਬ ਐਮੀਰੇਟਸ ਇਹਨਾਂ ਨੇ ਅੱਜ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ ਵੀ ਅਨਟਿਲ ਫਰਦਰ ਨੋਟਿਸ, ਕਿਉਂਕਿ 2 ਬੈਲਿਸਟਿਕ ਮਿਸਾਈਲਸ ਟਾਰਗੇਟ ਕੀਤੀਆਂ ਗਈਆਂ ਮੈਰੀਟਾਈਮ ਨੈਵੀਗੇਸ਼ਨ ਤੇ ਉਹ ਸਮੁੰਦਰ ਦੇ ਵਿੱਚ ਡਿੱਗੀਆਂ ਹੈਗੀਆਂ। ਸੋ ਗਲੋਬਲ ਤੇਲ ਦੀਆਂ ਜਿਹੜੀਆਂ ਕੀਮਤਾਂ ਆ ਇਸ ਟਾਈਮ ਕਾਫੀ ਹਾਈ ਆ। US ਈਰਾਨ ਦਾ ਜਿਹੜਾ ਪੀਸ ਟਾਕ ਆ ਉਹ ਬਿਲਕੁਲ ਖੜ ਗਿਆ ਆ, ਕਿਸੇ ਤਰ੍ਹਾਂ ਦੀ ਗੱਲ ਨਹੀਂ ਚੱਲ ਰਹੀ। ਸਟੇਟ ਆਫ ਹਾਰਮੋਜ਼ ਦੇ ਵਿੱਚ ਪੂਰੀ ਤਰ੍ਹਾਂ ਬਲੌਕੇਜ ਆ ਤੇ ਫਿਊਲ ਤੇ ਸਪਲਾਈ ਦਾ ਕ੍ਰਾਈਸਿਸ ਪੂਰਾ ਚੱਲ ਰਿਹਾ ਹੈਗਾ। ਈਰਾਨ ਦਾ ਜਿਹੜਾ ਫੋਰਨ ਮਿਨਿਸਟਰੀ ਆ ਉਹ ਕਹਿ ਰਿਹਾ ਹੈ ਵੀ US ਨੇ ਜੋ ਇਰਾਨੀਅਨ ਪੋਰਟਸ ਨੂੰ ਬਲੌਕ ਕੀਤਾ ਗਿਆ ਆ
ਉਸ ਕਰਕੇ ਜਿਹੜਾ ਗੁਡਸ ਦੀਆਂ ਸ਼ਾਰਟੇਜ ਹੋ ਰਹੀਆਂ ਤੇ ਕੀਮਤਾਂ ਜੋ ਆ ਉਹ ਵੱਧ ਰਹੀਆਂ ਹੈਗੀਆਂ ਚੀਜ਼ਾਂ ਦੀਆਂ। ਮਿਲਟਰੀ ਅਲਾਇੰਸ ਜੋ ਹੈਗਾ ਨਾਟੋ ਔਨ ਇਰਾਨ, ਉਹਨਾਂ ਨੇ ਇਹ ਕਿਹਾ ਆ ਵੀ ਇਮੀਡੀਏਟਲੀ ਜਿਹੜੀ ਗੱਲਬਾਤ ਹੋਣੀ ਚਾਹੀਦੀ ਆ, ਕਿਉਂਕਿ ਇਹਦਾ ਅਸਰ ਪੂਰੀ ਦੁਨੀਆ ਦੇ ਉੱਤੇ ਪੈਣ ਜਾ ਰਿਹਾ ਹੈਗਾ ਆ। ਸੋ ਟਰੰਪ ਨੂੰ ਇਹ ਕਹਿੰਦੇ ਆ ਵੀ ਸਾਡੀ ਸਿਚੁਏਸ਼ਨ ਗੁੱਡ ਹੈਗੀ ਆ, ਅਸੀਂ ਇਕਨੋਮਿਕਲੀ ਇਰਾਨ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਪਾਇਆ ਹੋਇਆ ਹੈਗਾ ਆ। ਸੋ ਹੁਣ ਇਰਾਕ ਵਾਲੇ ਆਏ ਆ, ਇਰਾਕ ਵਾਲੇ ਕਹਿੰਦੇ ਵੀ ਅਸੀਂ ਨਵਾਂ ਰੋਲ ਅਦਾ ਕਰ ਸਕਦੇ ਹਾਂ ਐਜ਼ ਏ ਮੀਡੀਏਟਰ ਬਿਟਵੀਨ US ਐਂਡ ਇਰਾਨ, ਇਹ ਇੱਕ ਸਿਕਿਉਰਿਟੀ ਐਨਾਲਿਸਟ ਕਹਿ ਰਹੇ ਹੈਗੇ ਆ। ਦੂਸਰੇ ਪਾਸੇ ਜਿਹੜੇ ਹੂਟੀਜ਼ ਆ ਉਹਨਾਂ ਨੇ 8 ਸਾਊਦੀ ਆਇਲ ਟੈਂਕਰਸ ਨੂੰ ਜੋ ਆ ਅਟੈਕ ਕੀਤਾ ਹੈਗਾ ਜਦੋਂ ਦਾ ਜਿਹੜਾ ਬਲੌਕੇਡ ਸਟਾਰਟ ਹੋਇਆ ਹੈਗਾ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, 4 ਲੱਖ ਅਮਰੀਕਾ ਦੇ ਵਿੱਚ ਜਿਹੜੇ ਬੱਚੇ ਆ ਉਹ ਇਸ ਟਾਈਮ ਵੇਟ ਲਿਸਟ ਦੇ ਉੱਤੇ ਨੇ ਫੈਡਰਲ ਚਾਈਲਡ ਕੇਅਰ ਅਸਿਸਟੈਂਸ ਵਾਲੇ ਪ੍ਰੋਗਰਾਮ ਦੇ ਲਈ। ਕਹਿੰਦੇ ਵੀ ਪਿਛਲੇ 2 ਸਾਲਾਂ ਦੇ ਵਿੱਚ ਇਹ ਆંકੜਾ 3 ਗੁਣਾ ਵੱਧ ਚੁੱਕਾ ਹੈਗਾ, ਟ੍ਰਿਪਲ ਹੋ ਚੁੱਕਾ ਆ। ਕਹਿੰਦੇ ਜੀ ਸ਼ਾਰਟੇਜ ਤੇ ਜਿਹੜੀ ਰਾਈਜ਼ਿੰਗ ਕਾਸਟ ਆ ਉਹਦੇ ਚੱਲਦਿਆਂ ਪੈਂਡੈਮਿਕ ਰਿਲੀਫ ਦੇ ਵਿੱਚ ਜਿਹੜੀ 39 ਬਿਲੀਅਨ ਡਾਲਰ ਦੀ ਜਿਹੜੀ ਫੈਡਰਲ ਸਟਿਮੂਲਸ ਫੰਡਸ ਆ ਉਹ ਵੰਡੇ ਜਿਹੜੇ ਉਹ ਗਏ ਸੀਗੇ, ਉਹ ਐਕਸਪਾਇਰ ਹੋਣ ਜਾ ਰਹੇ ਆ। ਸੋ ਕਹਿੰਦੇ ਵੀ ਇਹ ਜਿਹੜਾ ਪਲਾਨ ਆ 2024 ਦੇ ਵਿੱਚ ਐਂਡ ਹੋ ਗਿਆ ਸੀਗਾ, ਜਿਹਦੇ ਨਾਲ ਕਹਿੰਦੇ ਵੀ ਜਿਹੜੇ ਸਟੇਟ ਚਾਈਲਡ ਕੇਅਰ ਸਿਸਟਮਸ ਦੇ ਲਈ ਜਿਹੜੀ ਫੈਡਰਲ ਅਸਿਸਟੈਂਸ ਆਉਂਦੀ ਸੀ ਉਹ ਸਮਾਪਤ ਹੋ ਗਈ ਸੀਗੀ। ਸੋ ਕਾਸਟ ਕਹਿੰਦੇ ਵੀ ਚਾਈਲਡ ਕੇਅਰ ਦੇ ਲਗਾਤਾਰ ਵੱਧਦੇ ਜਿਹੜੇ ਉਹ ਜਾ ਰਹੇ ਆ। 2020 ਤੋਂ 2024 ਦੇ ਦਰਮਿਆਨ ਨਿਆਣੇ ਪਾਲਣ ਦੀ ਜਿਹੜੀ ਚਾਈਲਡ ਕੇਅਰ ਦੀ ਜਿਹੜੀ ਪ੍ਰਾਈਸ ਆ ਉਹ 29% ਜਿਹੜੀ ਉਹ ਵਧੀ ਆ। ਕਹਿੰਦੇ ਵੀ ਜਿਹੜੇ ਇਹਦਾ ਅਸਰ ਆ ਸਭ ਤੋਂ ਜ਼ਿਆਦਾ ਲੋ ਇਨਕਮ ਵਰਕਿੰਗ ਪੇਰੈਂਟਸ ਦੇ ਲਈ ਪਿਆ ਆ, ਤੇ ਉਹਨਾਂ ਨੂੰ ਅਜਿਹੇ ਫਾਈਨੈਂਸ਼ੀਅਲ ਜਿਹੜੀ ਆ ਉਹ ਸਿਚੁਏਸ਼ਨ ਦੇ ਵਿੱਚ ਮਦਦ ਮਿਲਦੀ ਸੀ ਇਹਨਾਂ ਪ੍ਰੋਗਰਾਮਸ ਦੇ ਨਾਲ। ਪਰ ਹੁਣ ਕਿਉਂਕਿ ਫੈਡਰਲ ਰਾਸ਼ੀ ਬੰਦ ਹੋ ਰਹੀ ਆ, ਖਤਮ ਹੋ ਰਹੀ ਆ, ਤੇ ਉਹਦੇ ਨਾਲ ਇਹ ਜਿਹੜੇ 4 ਲੱਖ ਜਿਹੜੇ ਨਿਆਣੇ ਆ ਉਹ ਵੇਟ ਕਰ ਰਹੇ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਰੀਸੈਂਟਲੀ ਰਿਵਰਸ ਕਰ ਦਿੱਤੇ ਸੀ ਬਾਈਡਨ ਪ੍ਰਸ਼ਾਸਨ ਦੇ ਰੂਲਸ, ਜਿਹਦੇ ਵਿੱਚ ਪੇਰੈਂਟਸ ਦੀ ਫੈਮਿਲੀ ਦੀ ਜਿਹੜੀ ਕੋ ਪੇਮੈਂਟ ਆ 7% ਦੇ ਉੱਤੇ ਕੈਪ ਕੀਤੀ ਹੋਈ ਸੀਗੀ ਇਨਕਮ ਦੇ ਆਧਾਰ ਦੇ ਉੱਤੇ, ਤੇ ਅਪਫਰੰਟ ਪੇਮੈਂਟਸ ਜਿਹੜੀਆਂ ਉਹਨਾਂ ਨੇ ਰਿਕੁਆਇਰਮੈਂਟ ਰੱਖੀਆਂ ਸੀ ਉਸ ਨੂੰ ਲੈ ਕੇ। ਸੋ ਹੁਣ ਟਰੰਪ ਪ੍ਰਸ਼ਾਸਨ ਦੇ ਦੁਆਰਾ ਇਹ ਜਿਹੜੀਆਂ ਚੀਜ਼ਾਂ ਆ ਉਹ ਫਲੈਕਸੀਬਿਲਿਟੀਜ਼ ਆ ਉਹ ਹਟਾ ਦਿੱਤੀਆਂ ਗਈਆਂ ਹੈਗੀਆਂ ਆ। ਸੋ ਇਸ ਕਰਕੇ ਇਹ ਰਿਪੋਰਟ ਇਸ ਟਾਈਮ ਸਾਹਮਣੇ ਆਈ ਆ। ਨੈਸ਼ਨਲ ਵੂਮਨਸ ਲਾਅ ਸੈਂਟਰ ਨੇ ਮਈ ਮਹੀਨੇ ਦੇ ਵਿੱਚ ਇਹ ਰਿਲੀਜ਼ ਕੀਤੀ ਸੀ ਰਿਪੋਰਟ ਵੀ 4 ਲੱਖ ਇਸ ਟਾਈਮ ਬੱਚੇ ਵੇਟ ਲਿਸਟ ਦੇ ਉੱਤੇ ਨੇ ਵੀ ਉਹਨਾਂ ਨੂੰ ਚਾਈਲਡ ਕੇਅਰ ਅਸਿਸਟੈਂਸ ਪ੍ਰੋਗਰਾਮ ਦੇ ਵਿੱਚ ਜਗ੍ਹਾ ਮਿਲ ਸਕੇ। ਜੀ, ਤੇ ਇੱਕ ਛੋਟੀ ਜਿਹੀ ਖਬਰ ਕਰ ਲੈਂਦੇ ਹਾਂ ਕਿਉਂਕਿ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਆ। ਮਾਸਕੋ ਦੇ ਵਿੱਚ ਕਹਿੰਦੇ ਵੀ 800 ਡਰੋਨਸ ਦੇ ਨਾਲ ਹਮਲਾ ਕੀਤਾ ਗਿਆ ਹੈਗਾ ਆ ਯੂਕਰੇਨ ਵੱਲੋਂ, ਤੇ ਦੂਸਰੇ ਪਾਸੇ ਰਸ਼ੀਆ ਨੇ ਇੱਕ ਮਿਜ਼ਾਈਲ ਯੂਕਰੇਨ ਦੇ ਇੱਕ ਪਿੰਡ ਵੱਲ ਸਿੱਟੀ ਜਿਹਦੇ ਨਾਲ 10 ਲੋਕਾਂ ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਸੋ ਦੋਨੋਂ ਕੰਟਰੀਜ਼ ਦੇ ਵਿੱਚ ਜਿਹੜੀ ਲੜਾਈ ਆ ਉਹ ਠੰਡੀ ਨਹੀਂ ਪੈ ਰਹੀ, ਤੇਜ਼ ਹੀ ਹੁੰਦੀ ਜਾ ਰਹੀ ਆ। 1250 ਕਿਲੋਮੀਟਰ ਜੋ ਬਾਰਡਰ ਹੈਗਾ ਆ ਉੱਥੇ ਜਿਹੜੀ ਇਹ ਲੜਾਈ ਚੱਲ ਰਹੀ ਹੈਗੀ ਆ। ਯੂਕਰੇਨ ਨੇ ਧੜਾ ਧੜ ਜਿਹੜੇ ਡਰੋਨ ਆ ਉਹ ਯੂਜ਼ ਕਰਨੇ ਸ਼ੁਰੂ ਕੀਤੇ ਹੋਏ ਆ, ਜਿਹਦੇ ਨਾਲ ਰਸ਼ੀਆ ਦਾ ਵੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਰਿਹਾ ਹੈਗਾ। 600 ਦੇ ਕਰੀਬ ਯੂਕਰੇਨ ਦੇ ਜਿਹੜੇ ਡਰੋਨਸ ਆ ਉਹ ਮਾਸਕੋ ਰੀਜਨ ਵੱਲ ਗਏ ਤੇ 180 ਨੂੰ ਸ਼ਾਟ ਡਾਊਨ ਕੀਤਾ ਗਿਆ। ਮਾਸਕੋ ਦੇ ਮੇਅਰ ਸਰਜੀ ਸੋਵਿਨੈਨ ਜੋ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਜੀ, ਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।